Welcome. My name is Jeff Malmgren. I'm with the Burnaby Primary Care Network, and we've been sponsoring a number of doc talks, conversations with family doctors in Burnaby. Really happy to say that this is our first one that we'll be launching in Punjabi. I will turn it over to our guests in just a moment. I did want to say that if you have questions, please make sure you use the question and answer box. You can type them in, and we'll make sure that they get looked at as we go through. Also, the website is www.burnabykoronavirus.com, and all of there's lots of information there that you can access as well. And also the video itself will be available on that website that you can share with your friends. And you'll also get an email with it at the end after this presentation is over. So again, I do want to welcome our guests. Jas Kochhar is from the division. He'll be in conversation today with Dr. Sumit Kalia, who is a family doctor in Burnaby, who's really looking forward to hearing your questions and talking to you about the world as a changing world as we know it today. Jas. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਅੱਜ ਡਾਕਟਰ ਵਿੱਚ ਸਵਾਗਤ ਕਰਦਾ ਹਾਂ। ਇਹ ਲੜੀ ਤੁਹਾਡੇ ਲਈ ਬਰਨਬੀ ਪ੍ਰਾਇਮਰੀ ਕੇਅਰ ਨੈਟਵਰਕ ਦੁਆਰਾ ਲਿਆਂਦੀ ਗਈ ਹੈ। ਮੈਂ ਜਸਕੀਰਤ ਸਿੰਘ ਕੋਚਰ ਬਰਨਬੀ ਡਿਵੀਜ਼ਨ ਆਫ ਫੈਮਿਲੀ ਪ੍ਰੈਕਟਿਸ ਤੋਂ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਹਾਂ ਡਾਕਟਰ ਸੁਮੀਤ ਕਾਲੀਆ ਜੀ ਨੂੰ। ਆਪ ਜੀ ਸਕਰੀਨ ਤੇ ਨੀਚੇ ਦਿੱਤੇ ਗਏ ਕੁਐਸਚਨ ਆਨਸਰ ਤੇ ਜਾ ਕੇ ਸਵਾਲ ਪੁੱਛ ਸਕਦੇ ਹੋ। ਕਿਰਪਾ ਕਰਕੇ ਚੈਟ ਦੀ ਵਰਤੋਂ ਨਾ ਕੀਤੀ ਜਾਵੇ। ਡਾਕਟਰ ਸਾਹਿਬ ਕੁਝ ਪ੍ਰਸ਼ਨਾਂ ਦੇ ਜਵਾਬ ਸੈਸ਼ਨ ਦੁਆਰਾ ਨਹੀਂ ਦੇਣ ਦੇ ਸਮਰੱਥ ਹੋਣਗੇ, ਪਰ ਅਸੀਂ ਤੁਹਾਨੂੰ ਉਹਨਾਂ ਪ੍ਰਸ਼ਨਾਂ ਦੇ ਜਵਾਬ ਬਾਅਦ ਚੋਂ ਈਮੇਲ ਕਰ ਦੇਵਾਂਗੇ। ਅਤੇ ਹੁਣ ਮੈਂ ਤੁਹਾਨੂੰ ਸਿੱਧਾ ਡਾਕਟਰ ਸੁਮੀਤ ਕਾਲੀਆ ਜੀ ਨਾਲ ਜਾਣੂ ਕਰਾਉਣਾ ਚਾਹਾਂਗਾ। ਡਾਕਟਰ ਸੁਮੀਤ ਕਾਲੀਆ ਜੀ ਇੱਕ ਸਰਗਰਮ ਪਰਿਵਾਰਿਕ ਡਾਕਟਰ ਹਨ ਜੋ ਬਰਨਬੀ ਕਮਿਊਨਿਟੀ ਵਿੱਚ ਅਭਿਆਸ ਕਰਦੇ ਹਨ। ਉਹ ਇਸ ਵਕਤ ਇੱਕ ਰਿਹਾਇਸ਼ੀ ਦੇਖਭਾਲ ਸਹੂਲਤ, ਐਡਮੰਡ ਅਰਜੈਂਟ ਕੇਅਰ, ਕੋਵਿਡ ਟੈਸਟਿੰਗ ਸਾਈਟ ਅਤੇ ਲੈਂਗਲੀ ਮੈਮੋਰੀਅਲ ਹਸਪਤਾਲ ਅਤੇ ਕਈ ਬਾਹਰੀ ਮਰੀਜ਼ਾਂ ਦੇ ਕਲੀਨਿਕਾਂ ਵਿੱਚ ਕੰਮ ਕਰਦੇ ਹਨ। ਉਹ ਆਪਣੇ ਬਿਲਕੁਲ ਨਵੇਂ ਕਲੀਨਿਕ ਮੈਡੀਕਲ ਪਲੱਸ ਜੋ ਕਿ 2020 ਦੀ ਪਤਝੜ ਦੇ ਵਿੱਚ ਸਟਾਰਟ ਹੋਣਾ ਹੈ, ਉਹਦੇ ਵਿੱਚ ਵੀ ਤੁਹਾਨੂੰ ਮਿਲ ਸਕਦੇ ਹਨ। ਉਹਨਾਂ ਦਾ ਮੇਨ ਜਿਹੜਾ ਫੋਕਸ ਹੈ ਉਹ ਹੁੰਦਾ ਹੈ ਮੈਡੀਸਿਨ ਅਤੇ ਕ੍ਰੋਨਿਕ ਡਿਸੀਜ਼ਸ ਨਾਲ ਖਤਮ ਕਰਨ ਦਾ, ਅਤੇ ਉਹ ਆਪਣੇ ਹੋਰ ਵੀ ਬੜੇ ਕਈ ਤਰੀਕੇ ਨਾਲ ਜਿਵੇਂ ਜੋੜਾਂ ਦੇ ਦਰਦ ਅਤੇ ਮਸਲ ਦੇ ਦਰਦ ਨੂੰ ਆਪਣੇ ਪੇਸ਼ੈਂਟਸ ਨੂੰ ਉਹਨਾਂ ਦਾ ਵੀ ਇਲਾਜ ਕਰਦੇ ਹਨ। ਹੁਣ ਮੈਂ ਚਾਹਾਂਗਾ ਕਿ ਡਾਕਟਰ ਜੀ ਨਾਲ ਇੰਟਰੋਡਿਊਸ ਕਰਾਂ ਤੇ ਕੁਝ ਕੁਐਸਚਨਸ ਪੁੱਛਾਂ। ਤੇ ਸਭ ਤੋਂ ਪਹਿਲਾਂ ਮੈਂ ਜੋ ਅੱਜ ਕੱਲ੍ਹ ਸਾਡੀ ਪੰਜਾਬੀ ਕਮਿਊਨਿਟੀ ਵਿੱਚ ਜੋ ਪ੍ਰਸ਼ਨ ਸਭ ਤੋਂ ਜ਼ਿਆਦਾ ਸਾਹਮਣੇ ਆ ਰਿਹਾ ਹੈ ਉਹ ਇਹ ਹੈ ਕਿ ਹਸਪਤਾਲ ਜਾਣਾ ਕਿੰਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਹਾਂਜੀ, ਥੈਂਕ ਯੂ ਜੈਫ। ਹਾਂਜੀ, ਸੋ ਸਭ ਤੋਂ ਪਹਿਲਾਂ ਵੀ ਅਗਰ ਕੋਈ ਤੁਹਾਨੂੰ ਐਮਰਜੈਂਸੀ ਹੈਗੀ ਹੈ, ਕੋਈ ਮੈਡੀਕਲ ਦੀ ਪ੍ਰੋਬਲਮ ਹੈਗੀ ਹੈ ਤਾਂ ਪਲੀਜ਼ ਹਸਪੀਟਲ ਜਾਓ। ਹਸਪੀਟਲ ਸਾਫ਼ ਹੈ, ਉੱਥੇ ਸਟਾਫ ਰੈਡੀ ਹੈ, ਉਹਨਾਂ ਦੇ ਨਾਲ ਪ੍ਰੋਟੈਕਸ਼ਨ ਇਕੁਇਪਮੈਂਟ ਵੀ ਹੈਗੀ ਹੈ। ਮੈਂ ਆਪ ਲੈਂਗਲੀ ਮੈਮੋਰੀਅਲ ਹਸਪੀਟਲ 'ਚ ਵੀ ਕੰਮ ਕਰ ਰਿਹਾ। ਨਾਲੇ ਅਗਰ ਕੋਈ ਤਕਲੀਫ ਹੈਗੀ ਹੈ, ਕੋਈ ਪ੍ਰੋਬਲਮ ਹੈਗੀ ਤਾਂ ਪਲੀਜ਼ ਹਸਪੀਟਲ ਜਾਓ। ਸੇਫ ਹੈਗਾ ਆ, ਨਾਲੇ ਡਾਕਟਰਸ ਰੈਡੀ ਹੈ ਤੁਹਾਡੀ ਹੈਲਪ ਕਰਨੇ ਕੇ ਲਈ। ਥੈਂਕ ਯੂ ਵੈਰੀ ਮਚ। ਤੇ ਇੱਕ ਸਵਾਲ ਹੋਰ ਆਉਂਦਾ ਹੈ ਸਾਹਮਣੇ ਕਿ ਜਿਵੇਂ ਲੋਕ ਚਾਹੁੰਦੇ ਹਨ ਕਿ ਉਹ ਆਪਣੇ ਪਰਿਵਾਰ ਦੇ ਨਾਲ ਮਿਲਣ, ਜੋ ਰਿਸ਼ਤੇਦਾਰ ਨੇੜੇ ਤੇੜੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਨੂੰ ਮਿਲਣ, ਤੇ ਕਿੰਨਾ ਕੁ ਸੇਫ ਹੈ, ਕਿੰਨਾ ਇਹ ਠੀਕ ਹੈ ਕਿ ਅਗਰ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣ। ਹਾਂਜੀ, ਦੇਖੋ ਹੁਣ ਡਾਕਟਰ ਹੈਨਰੀ ਨੇ ਬਤਾਇਆ ਵੀ ਅਸੀਂ ਥੋੜੀ ਜਿਹੀ ਸਰਕਲ ਐਕਸਪੈਂਡ ਕੀਤੀ ਹੈ, 2 ਫੈਮਲੀਜ਼ ਅਪ ਟੂ 6 ਲੋਕਾਂ ਦੇ ਨਾਲ ਅਸੀਂ ਜਾ ਸਕਦੇ ਹਾਂ ਘਰ ਦੇ ਵਿੱਚ, ਪਰ ਫਿਰ ਵੀ ਸੋਸ਼ਲ ਡਿਸਟੈਂਸਿੰਗ, ਸੇਫ ਡਿਸਟੈਂਸਿੰਗ ਰੱਖਣੀ ਚਾਹੀਦੀ ਆ। ਅਗਰ ਕੋਈ ਤੁਹਾਡੀ ਗਰੁੱਪ ਦੇ ਵਿੱਚ ਬਿਮਾਰ ਹੈ, ਕੋਈ ਸਿੰਪਟਮਸ ਹੈਗੇ ਤਾਂ ਉਹਨਾਂ ਨੂੰ ਮਿਲਣਾ ਨਹੀਂ ਚਾਹੀਦਾ। ਉਹਨਾਂ ਨੂੰ ਕਿਉਂ ਰੈਸਟ ਕਰਨੇ ਲਈ ਅਗਰ ਡਾਕਟਰ ਦੀ ਜ਼ਰੂਰਤ ਹੈ ਤਾਂ ਡਾਕਟਰ ਨੂੰ ਦੇਖਣ ਜਾਓ। ਬਟ ਮਿਲ ਸਕਦੇ ਆ, ਉਹਨਾਂ ਨੇ ਥੋੜੀ ਜਿਹੀ ਓਪਨ ਕਰ ਦਿੱਤੀ ਹੈ ਥੋੜੀ ਰਿਸਟ੍ਰਿਕਸ਼ਨਸ, ਪਰ ਫਿਰ ਵੀ ਸੋਸ਼ਲ ਡਿਸਟੈਂਸਿੰਗ ਆਈ ਥਿੰਕ ਲੈਸ ਦੈਨ 6 ਪੀਪਲ ਦੇ ਗਰੁੱਪ ਦੇ ਵਿੱਚ ਕਹਿ ਰਹੇ ਵੀ ਲੋਕਾਂ ਨੂੰ ਰੱਖਣ ਲਈ। ਅਗਰ ਤੁਸੀਂ ਫੈਮਿਲੀ ਟੂ ਫੈਮਿਲੀ ਮਿਲ ਰਿਹਾ ਪਰ ਫਿਰ ਵੀ हैंड वॉशिंग की है थोड़ी भी, जब भी जाओ हैंड वॉशिंग करो, एंड अगर कोई सिम्टम्स है तो ना विजिट करो ईच अदर ਨੂੰ। ਧੰਨਵਾਦ ਜੀ। ਅਤੇ ਇੱਕ ਹੋਰ ਸਵਾਲ ਜੋ ਮੈਂ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਉਹ ਇਹ ਹੈ ਕਿ ਜੋ ਇਹ ਲਾਗ ਹੈ, ਜੋ ਇਹ ਇਨਫੈਕਸ਼ਨ ਹੈ, ਇਸ ਨੂੰ ਰੋਕਣ ਲਈ, ਇਸ ਨੂੰ ਪ੍ਰੀਵੈਂਟ ਕਰਨ ਲਈ ਕੀ ਰਣਨੀਤੀਆਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਹਨ? ਹਾਂਜੀ, ਸੋ ਅਗਰ BC ਦੇ ਨੰਬਰ ਦੇਖੋ ਤਾਂ
ਬਾਕੀ ਕੰਟਰੀ ਤੋਂ ਹੁਣੇ ਅਸੀਂ ਬਹੁਤ ਅੱਛੀ ਕਰ ਰਹੇ ਹਾਂ ਕਿਉਂਕਿ ਸਾਡੀ ਸੋਸ਼ਲ ਡਿਸਟੈਂਸਿੰਗ ਕੰਮ ਕਰ ਰਹੀ ਹੈ ਤਾਂ ਉਹਨਾਂ ਨੇ ਐਡਵਾਈਜ਼ਰੀ ਹੈਗੀ ਸਾਡੀ ਵੀ 2 ਮੀਟਰ ਜਾਂ 6 ਫੀਟ ਦੂਰ ਰਹਿਣ ਦੀ ਜ਼ਰੂਰਤ ਆ ਇਹ ਹੈਲਪ ਕਰਦੀ ਵੀ ਅਗਰ ਕਿਸੇ ਦੀ ਇਹ ਕਿਹੜੀ ਵਾਇਰਸ ਆ ਇਹ ਤੁਹਾਡੀ ਮਿਊਕਸ ਨਾਲ ਸਪਰੈਡ ਹੋ ਰਹੀ ਆ ਸੋ ਅਗਰ ਕੋਈ ਕੋਈ ਗੱਲ ਕਰਦਾ ਆ ਵੀ ਮਿਊਕਸ ਤੁਹਾਡੇ ਉੱਪਰ ਆ ਕੇ ਡਿੱਗੂਗੀ ਤਾਂ ਅਗਰ ਕੋਈ ਤੁਹਾਡੇ ਮਿਊਕਸ ਦੇ ਲੇਅਰ ਤੇ ਆ ਕੇ ਗਿਰ ਗਈ ਤਾਂ ਇਨਫੈਕਸ਼ਨ ਹੋ ਸਕਦਾ ਆ रेडियो में सुनिया टीवी सुनिया सारे ਅਸੀਂ ਰეკਮੈਂਡ ਕਰ ਰਹੇ ਆ ਮਾਸਕ ਅਗਰ ਤੁਸੀਂ ਕੋਈ ਪਬਲਿਕ ਪਲੇਸ ਜਾ ਰਹੇ ਆ ਤਾਂ ਮਾਸਕ ਪਾ ਸਕਦੇ ਨਾਨ ਮੈਡੀਕਲ ਵਾਲਾ ਜਿਹੜਾ ਤੁਸੀਂ ਪਾਸ ਜਦੋਂ ਮਾਸਕ ਪਾ ਲਿਆ ਟਰਾਈ ਕਰੋ ਵੀ ਫਰੰਟ ਮਾਸਕ ਤੇ ਨਾ ਟੱਚ ਕਰੋ ਕਿਉਂਕਿ ਉਹ ਆਲਰੇਡੀ ਐਕਸਪੋਜ਼ ਹੋ ਚੁੱਕਾ ਆ ਸੋ ਉਹਨੂੰ ਵੀ ਚੰਗੀ ਤਰ੍ਹਾਂ ਲਗਾਓ ਚੰਗੀ ਤਰ੍ਹਾਂ ਨਿਕਾਲ ਕਰ ਵਾਸ਼ ਕਰ ਸਕਦੇ ਕਿ ਯੂਜ਼ੇਬਲ ਹੈਗੇ ਆ ਨਾਲੇ ਕਿ ਨਹੀਂ ਯੂਜ਼ੇਬਲ ਉਹਨੂੰ ਤੁਸੀਂ ਗਾਰਬੇਜ ਸਿੱਟ ਸਕਦੇ ਆ ਹੋਰ so again social distancing hand washing ਨਾਲੇ ਥੋੜੀ protective gear ਚ ਤੁਹਾਨੂੰ ਮਾਸਕ ਪਾ ਸਕਦੇ ਜਿੱਥੇ ਵੀ ਪਬਲਿਕ ਚ ਜਾ ਰਹੇ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਇੱਕ ਹੋਰ ਸਵਾਲ ਜੋ ਬਹੁਤ ਜ਼ਿਆਦਾ ਸਾਹਮਣੇ ਆਉਂਦਾ ਹੈ ਜਿਸ ਬਾਰੇ ਕਈ ਲੋਕਾਂ ਨੂੰ ਨਹੀਂ ਹਲੇ ਜਾਣੂਤਾ ਹੈਗੀ ਹੈ ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ COVID-19 ਦਾ ਟੈਸਟ ਕਿਵੇਂ ਕਰਾਇਆ ਜਾ ਸਕਦਾ ਹੈ ਹਾਂਜੀ ਸੋ ਇਹ ਟੈਸਟ ਸਭ ਸਿਟੀ 'ਚ ਅਵੇਲੇਬਲ ਜਿੱਦਾਂ ਅਸੀਂ ਹੁਣੇ ਬਰਨਬੀ 'ਚ ਹੈਗਾ ਸਾਡਾ ਹੁਣ ਇੱਕ ਟੈਸਟਿੰਗ ਸੈਂਟਰ ਬਰਨਬੀ ਸੈਂਟਰਲ ਪਾਰਕ ਦੇ ਵਿੱਚ ਹੈਗਾ ਆ ਜੋ ਕਿੰਗਸਵੇ ਐਂਡ ਬਾਉਂਡਰੀ ਤੇ ਹੈਗਾ ਪਾਰਕ ਅਸੀਂ ਹੁਣ ਇਹ ਟੈਸਟਿੰਗ ਸੈਂਟਰ ਅਗਰ ਕੋਈ ਤੁਹਾਡੇ ਕੋਲ ਕੋਈ ਸਿੰਪਟਮ ਹੈਗੇ ਆ ਫੀਵਰ ਖੰਘ ਬੁਖਾਰ ਗਲਾ ਦੁਖਦਾ ਟਾਇਰਡ ਜਾਂ ਕੋਈ ਵੀ ਡਾਇਰੀਆ ਵੋਮਿਟਿੰਗ ਕੋਈ ਵੀ ਸਿੰਪਟਮਸ ਹੈਗੇ ਆ ਤਾਂ ਅਸੀਂ ਇਨਕਰੇਜ ਕਰ ਰਹੇ ਹਾਂ ਵੀ ਤੁਸੀਂ ਜਾ ਕੇ ਟੈਸਟਿੰਗ ਕਰੋ ਹੁਣ ਇਹ ਟੈਸਟਿੰਗ ਤੁਸੀਂ ਗੱਡੀ 'ਚ ਬਹਿ ਕੇ ਡਰਾਈਵ ਕਰਕੇ ਥਰੂ ਜਾ ਸਕਦੇ ਆ ਜਾਂ ਵਾਕ ਕਰਕੇ ਵੀ ਜਾ ਸਕਦੇ ਆ ਅਸੀਂ ਦੋਨੇ ਸੈਟਅਪ ਕਰਾਈ ਮੈਂ ਉੱਤੇ ਵੀ ਕੰਮ ਕਰ ਰਿਹਾ ਆ ਫਿਰ ਟੈਸਟਿੰਗ ਉੱਤੇ ਹੋ ਜੂਗੀ ਨਾ ਫਿਰ ਤੁਹਾਨੂੰ ਇਨਫੋਰਮੇਸ਼ਨ ਦਿਓਗੇ ਵੀ ਘਰ ਬੈਠੋ ਅੰਟਲ ਰਿਜ਼ਲਟ ਨਹੀਂ ਆਉਂਦਾ ਨਾ ਨਰਸਿਸ ਵੀ ਹੈਗੇ ਆ ਸੋ ਬਰਨਬੀ ਦੀ ਸੈਂਟਰਲ ਪਾਰਕ ਟੈਸਟਿੰਗ ਸਾਈਡ ਅਗਰ ਤੁਸੀਂ ਬਰਨਬੀ ਤੋਂ ਨਹੀਂ ਹੈਗੇ ਆ ਤਾਂ ਬਾਕੀ ਸਿਟੀਆਂ 'ਚ ਵੀ ਸਰੀ 'ਚ ਰਿਚਮੰਡ 'ਚ ਵੈਂਕੂਵਰ 'ਚ ਤੁਸੀਂ ਆਪਣੀ ਲੋਕਲ ਅਥਾਰਟੀ ਨੂੰ ਫੋਨ ਕਰਕੇ ਪੁੱਛ ਲਓ ਨਾ ਤੁਹਾਡੀ ਏਰੀਆ 'ਚ ਵੀ ਟੈਸਟਿੰਗ ਸਾਈਟ हैगी है लेकिन याद करिए भी सिम्टम्स ज़रूरी है ऐसी टेस्ट करने के लिए अगर थोड़े कोई सिम्टम्स नहीं है तो फिर फैमिली डॉक्टर में फ़ोन कर सकते हैं क्योंकि फिर टेस्ट साडा रेकमेंडेड नहीं हो रहा अगर कोई सिम्टम्स है नहीं तो बहुत बहुत धन्यवाद जी एक सवाल होर जिहड़ा बहुत ज़्यादा सामने आंदा है ਇਹ ਮੁਸ਼ਕਿਲ ਕਾਫੀ ਆਪਣੇ ਕਮਿਊਨਿਟੀ ਦੇ ਬਜ਼ੁਰਗਾਂ ਨੂੰ ਕਹਿ ਲੋ ਜਾਂ ਫਿਰ ਜਿਹਨਾਂ ਨੂੰ ਹੋਰ ਭਾਸ਼ਾਵਾਂ ਨਹੀਂ ਆਉਂਦੀਆਂ ਅੰਗਰੇਜ਼ੀ ਨਹੀਂ ਆਉਂਦੀ ਉਹ ਇਹ ਸਾਹਮਣਾ ਕਰਦੇ ਹਨ ਇਸ ਮੁਸ਼ਕਿਲ ਦਾ ਕਿ ਆਪਣੀ ਕਮਿਊਨਿਟੀ ਵਿੱਚ ਡਾਕਟਰ ਨਾਲ ਕਿਵੇਂ ਜੁੜ ਸਕਦੇ ਹਨ ਹਾਂਜੀ ਸੋ ਹੁਣੇ ਸਾਡੇ ਕਿਤੇ ਬਰਨਬੀ ਦੇ ਵਿੱਚ ਡਾਕਟਰਸ ਹੈਗੇ ਆ ਪੰਜਾਬੀ ਸਪੀਕਿੰਗ ਡਾਕਟਰਸ ਹੈਗੇ ਆ ਆਪਣੇ ਡਾਕਟਰ ਹੈਗੇ ਆ ਤੁਸੀਂ ਸਾਡੀ ਬਰਨਬੀ ਦੀ ਇੱਕ ਕੋਆਰਡੀਨੇਟਰ ਲਾਈਨ ਹੈਗੀ ਆ ਜੋ ਨੰਬਰ ਲਿਖ ਸਕਦੇ ਆ 236-455-0154 ਇਹ ਤੁਹਾਨੂੰ ਬਰਨਬੀ ਦੇ ਡਾਕਟਰ ਦੇ ਨਾਲ ਕਨੈਕਟ ਕਰ ਸਕਦੀ ਹੈ ਅਗਰ ਤੁਹਾਡੇ ਕੋਲ ਡਾਕਟਰ ਨਹੀਂ ਹੈਗਾ ਤਾਂ ਅਗਰ ਤੁਹਾਡੇ ਕੋਲ ਡਾਕਟਰ ਹੈਗਾ ਆ ਤਾਂ ਪਲੀਜ਼ ਸਭ ਫੈਮਿਲੀ ਡਾਕਟਰਸ ਹੁਣੇ ਵਰਚੁਅਲ ਫੋਨ ਤੇ ਗੱਲ ਕਰਦੇ ਆ ਵੀਡੀਓ ਤੇ ਗੱਲ ਕਰ ਸਕਦੇ ਆ ਨਾਲੇ ਉਸ ਤੋਂ ਬਾਅਦ ਅਗਰ ਜ਼ਰੂਰਤ ਪੜੀ ਤਾਂ ਇਨ ਪਰਸਨ ਵੀ ਦੇਖ ਰਹੇ ਆ ਤੋ ਡਾਕਟਰ ਅਵੇਲੇਬਲ ਹੈਗੇ ਆ ਸੋ ਪੇਸ਼ੈਂਟਸ ਕੋਈ ਵਰੀ ਨਹੀਂ ਕਰਨੀ ਚਾਹੀਦੀ ਜਸਟ ਕਮਿਊਨੀਕੇਸ਼ਨ ਦੀ ਲੋੜ ਹੈ ਰੀਚ ਆਊਟ ਕਰਕੇ ਵੀ ਸਾਨੂੰ ਪੁੱਛੋ ਵੀ ਕਿੱਦਾਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਇਸ ਵਿੱਚੋਂ ਹੀ ਇੱਕ ਹੋਰ ਸਵਾਲ ਨਿਕਲ ਕੇ ਆਉਂਦਾ ਹੈ ਕਿ ਅਸੀਂ ਆਪਣੇ ਡਾਕਟਰ ਨਾਲ ਜਦੋਂ ਆਪਾਂ ਅਪਾਇੰਟਮੈਂਟ ਬੁੱਕ ਕਰਦੇ ਹਾਂ ਤੇ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਕੀ ਪੁੱਛਣਾ ਚਾਹੀਦਾ ਹੈ ਸਾਨੂੰ ਕੀ ਨਹੀਂ ਪੁੱਛਣਾ ਚਾਹੀਦਾ ਤੇ ਕਿਹੜੀਆਂ ਗੱਲਾਂ ਸਾਨੂੰ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਨੇ ਹਾਂਜੀ ਸੋ ਦੋ ਚੀਜ਼ਾਂ ਹੈ ਇੱਕ ਤਾਂ ਜੋ ਕੋਵਿਡ ਦੀ ਕੰਸਰਨ ਹੈ ਕਰੋਨਾ ਵਾਇਰਸ ਦੀ ਇਹਦੇ ਕੁਐਸਚਨਸ ਵੀ ਜ਼ਰੂਰ ਡਾਕਟਰ ਨੂੰ ਪੁੱਛੋ ਅਗਰ ਕੋਈ ਤੁਹਾਡੇ ਕੋਲ ਕੋਈ ਸਿੰਪਟਮ ਹੈਗਾ ਆ ਕੋਈ ਕੁਐਸਚਨ ਵੀ ਹੈਗਾ ਵੀ ਇਹ ਕੋਈ ਨਈ ਚੀਜ਼ ਹੋ ਰਹੀ ਹੈ ਮੇਰਾ ਗਲਾ ਦੁਖ ਰਿਹਾ ਹੈ ਖੰਘ ਆ ਰਹੀ ਹੈ ਬੁਖਾਰ ਹੋ ਰਿਹਾ ਤਾਂ ਪੁੱਛੋ ਦੂਜੀ ਚੀਜ਼ ਹੈ ਵੀ ਸਾਡੇ ਲੋਕਾਂ ਕੋ ਪੇਸ਼ੈਂਟਸ ਕੋ ਕ੍ਰੋਨਿਕ ਡਿਜ਼ੀਜ਼ਸ ਵੀ ਹੈਗੀ ਹੈ ਨਾ ਕਿੱਦਾਂ ਹਾਈ ਬਲੱਡ ਪ੍ਰੈਸ਼ਰ ਕੋਲੈਸਟਰੋਲ ਡਾਇਬੀਟੀਜ਼ ਜਾਂ ਹੋਰ ਵੀ ਬਹੁਤ ਤਰ੍ਹਾਂ ਦੀ ਸਾਡੇ ਕੋ ਹੈਗੀ ਹੈ ਡਿਜ਼ੀਜ਼ਸ ਜੋ ਪੇਸ਼ੈਂਟਸ ਕੇ ਪਾਸ ਹੈਗੀ ਹੈ ਇਹਦੀ ਮੈਨੇਜਮੈਂਟ ਹੋ ਰਹੇ ਲੋਕੀ ਰੋਕਣੀ ਨਹੀਂ ਚਾਹੀਦੀ ਤੁਸੀਂ ਪਹਿਲਾਂ ਵੀ ਦਵਾਈ ਖਾ ਰਹੇ ਸੀ ਪਹਿਲਾਂ ਵੀ ਡਾਕਟਰ ਦੇਖ ਰਹੇ ਸੀ ਇਹਨੂੰ ਨਾ ਇਗਨੋਰ ਕਰੋ ਅਗਰ ਵੀ ਤੁਹਾਡੀ ਦਵਾਈ ਦੀ ਰੀਫਿਲ ਦੀ ਲੋੜ ਆ ਅਗਰ ਕੋਈ ਸਾਈਡ ਇਫੈਕਟ ਹੋ ਰਿਹਾ ਦਵਾਈ ਦਾ ਅਗਰ ਕੋਈ ਕੁਐਸਚਨ ਹੈਗਾ ਤਾਂ ਪਲੀਜ਼ ਡਾਕਟਰ ਨੂੰ ਫੋਨ ਕਰੋ ਅਸੀਂ ਕਰੋਨਾ ਵਾਇਰਸ ਵੀ ਫੋਕਸ ਕਰ ਰਹੇ ਹਾਂ ਪਰ ਬਾਕੀ ਜੋ ਸਾਡੀ ਹੈਲਥ ਕੰਡੀਸ਼ਨਸ ਆ ਉਹਦੀ ਵੀ ਟ੍ਰੀਟਮੈਂਟ ਕਰਨ ਦੀ ਕੰਟੀਨਿਊਏਸ਼ਨ ਦੀ ਲੋੜ ਹੈ ਤਾਂ ਪਲੀਜ਼ ਦੋਨੇ ਪਾਸੇ ਡਾਕਟਰ ਨੂੰ ਐਨੀ ਕੁਐਸਚਨ ਪੁੱਛ ਸਕਦੇ ਆ ਕभी ਕੋਈ ਕੁਐਸਚਨ ਰੋਂਗ ਨਹੀਂ ਹੁੰਦਾ ਆ ਸਾਰੇ ਕੁਐਸਚਨ ਪੁੱਛ ਸਕਦੇ ਆ ਨਾ ਅਗਰ ਡਾਕਟਰ ਨੂੰ ਨਹੀਂ ਕੁਐਸਚਨ ਪਤਾ ਫਿਰ ਅਸੀਂ ਤੁਹਾਨੂੰ ਅੱਗੇ ਸਪੋਰਟ ਦੇ ਸਕਦੇ ਵੀ ਕਿੱਥੇ ਜਾ ਸਕਦੇ ਆ
ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਬਾਅਦ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਕਿ ਇਹ ਨਾਮ ਬੜਾ ਸਾਹਮਣੇ ਆ ਰਿਹਾ ਹੈ, ਐਂਟੀਬਾਡੀ ਟੈਸਟਿੰਗ ਕੀ ਹੁੰਦਾ ਹੈ? ਹਾਂਜੀ, तो हजे एंटीबॉडी टेस्टिंग की रिसर्च हो रही है। सो हुन एंटीबॉडी टेस्टिंग हो रही है, थोड़े ब्लड तो टेस्ट हो रहा है। ये थानू दसूगा भी अगर थोड़ा इन्फेक्शन थानू हो चुका है, थोड़े को इम्यूनिटी बिल्डअप हो गई है। ये तो मतलब अभी अगर थोड़े को कोई सिम्टम्स नहीं सके ना, थोड़े को इन्फेक्शन हो चुका है, थोड़ी बॉडी थानू दस सकदा भी हाँ थोड़े को होया सगा, हुन थोड़े को इम्यूनिटी हो गई है। ਇਹਦਾ ਸਾਨੂੰ ਬੈਨੀਫਿਟ ਹੋਗਾ। ਇੱਕ ਤਾਂ ਸਾਡੇ ਰਿਸਰਚਰਸ ਨਾਲ ਸਟੱਡੀਜ਼ ਨੂੰ ਪਤਾ ਲੱਗੂਗਾ ਵੀ ਕੋਰੋਨਾ ਵਾਇਰਸ ਕਿੱਦਾਂ मूव हो रही है, कितना सिम्टम्स आ रहे थे, क्यों कोई लोगों को नहीं हो रहे थे सिम्टम्स, क्यों हो रहे थे। नाले इम्यूनिटी बिल्डअप होके फिर ਅਸੀਂ थोड़ी ਜਿਹੀ ਕਰ ਸਕਦੇ ਵੀ ਸਾਡੀ ਕਮਿਊਨਿਟੀ ਹੈਗੀ ਹੈ ਤਾਂ ਇਹ ਸਟ੍ਰੇਨ ਇਹ ਵਾਇਰਸ ਸਾਨੂੰ ਸ਼ਾਇਦ ਨਾ ਇਨਫੈਕਟ ਕਰੇ। ਪਰ ਇਹ ਰਿਸਰਚ ਹੋ ਰਹੀ ਹੈ, ਹਜੇ ਟੈਸਟ ਹਜੇ ਬਣ ਰਿਹਾ ਹੈ। ਪਰ ਇਹ ਟੈਸਟ ਕਦੋਂ ਬਣੂਗਾ ਤੁਹਾਨੂੰ ਹੈਲਪ ਹੋਗੀ ਵੀ ਫਰਦਰ ਅੰਡਰਸਟੈਂਡਿੰਗ ਹੋਗੀ ਵੀ ਕੋਰੋਨਾ ਵਾਇਰਸ ਦੀ ਕਿੱਦਾਂ ਅਸੀਂ ਟ੍ਰੀਟਮੈਂਟ ਕਰ ਸਕਦੇ ਹਾਂ। ਜੀ, ਰਿਸਰਚ ਵਿੱਚੋਂ ਜਿਵੇਂ ਤੁਸੀਂ ਕਿਹਾ, ਇਸ ਵਿੱਚੋਂ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਕਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਹੈ, ਜਿਹੜੀ ਦਵਾਈ ਹੈ, ਨਵੀਂ ਦਵਾਈ ਕਦੋਂ ਤੋਂ ਅਵੇਲੇਬਲ ਹੋਏਗੀ? ਹਾਂਜੀ, ਇਹਦੀ ਪੂਰੀ ਵਰਲਡ ਟਰਾਈ ਕਰ ਰਹੀ ਹੈ ਹੁਣੇ। ਆਕਸਫੋਰਡ, ਇੰਡੀਆ, US, ਕੈਨੇਡਾ ਸਭ ਵੈਕਸੀਨ ਦੀ ਹੋਰ ਵੀ ਟਰਾਈ ਕਰ ਰਹੇ ਆ। ਹੁਣ ਅਗਰ ਦੇਖੋ ਵੈਕਸੀਨ ਕਹਿ ਰਹੇ ਆ ਹੋਪਫੁਲੀ ਇਹ ਸਾਲ ਦੇ ਐਂਡ ਹੋਣ ਤੋਂ ਪਹਿਲਾਂ ਵੈਕਸੀਨ ਬਣ ਜਾਊਗੀ। ਹਜੇ ਕੋਈ ਕਹਿ ਨਹੀਂ ਸਕਦਾ ਵੀ ਹਿਊਮਨ ਟ੍ਰਾਇਲਸ ਹੋ ਰਹੇ ਆ, ਚੈੱਕ ਕਰਨਾ ਪੈਣਾ ਵੀ ਵੈਕਸੀਨ ਕੰਮ ਵੀ ਕਰ ਰਹੀ ਹੈ, ਨਾਲੇ ਕੋਈ ਇਫੈਕਟ ਨਾ ਹੋਏ ਜੋ ਨਹੀਂ ਚਾਹੁੰਦੇ ਅਸੀਂ। So hopefully I think 6 to 8 months, again ਇਹ ਤਾਂ ਨੰਬਰ ਅਸੀਂ ਦੱਸ ਰਹੇ ਹਾਂ ਉਹਦੀ, but ਜੇ ਕੋਈ confirmation ਨੰਬਰ ਨਹੀਂ ਹੈਗਾ ਜੇ ਬਣ ਰਹੀ ਹੈ। ਅਤੇ ਅਗਰ ਆਪਾਂ ਦੇਖਿਆ ਜਾਵੇ ਤੇ ਹਰ ਇੱਕ ਉਮਰ ਦੀ, ਹਰ ਇੱਕ ਪੀੜ੍ਹੀ ਦੀ, ਜਿਵੇਂ ਬੱਚੇ ਹੋ ਗਏ, ਜਵਾਨ ਹੋ ਗਏ, ਬਜ਼ੁਰਗ ਹੋ ਗਏ, ਅਗਰ ਕੋਈ ਵੈਕਸੀਨ ਬਣੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਪੀੜ੍ਹੀ ਉਸ ਵੈਕਸੀਨ ਨੂੰ ਇਸਤੇਮਾਲ ਕਰ ਸਕੇਗੀ? ਹਾਂਜੀ, ਜਿੱਦਾਂ ਆਈ ਮੀਨ ਇਹ ਦੇਖਣਾ ਪੈਣਾ ਅੱਗੇ ਜਾ ਕੇ ਵੀ ਕੈਸੇ ਪੇ ਵੈਕਸੀਨ ਸਾਰਿਆਂ ਨੂੰ ਅਵੇਲੇਬਲ ਹੋਗੀ। ਜੈਸੇ ਦੇਖੋ ਸਾਡੀ ਫਲੂ ਦੀ ਵੈਕਸੀਨ ਆ, ਉਹ ਵੀ ਵਾਇਰਸ ਸੀਗੀ, ਉਹਦੀ ਵੈਕਸੀਨ ਅਸੀਂ ਸਭ ਨੂੰ ਰეკਮੈਂਡ ਕਰ ਰਹੇ ਹਾਂ। ਫਾਲ ਦੇ ਵਿੱਚ ਫਲੂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੈਕਸੀਨ ਲਗਾਓ। ਸੋ ਇਹ ਵੈਕਸੀਨ ਜੋ ਬਣੂਗੀ ਅਵੇਲੇਬਲ ਹੋਪਫੁਲੀ ਸਾਰਿਆਂ ਨੂੰ ਹੋਗੀ, ਐਂਡ ਇਹ ਸਾਰਿਆਂ ਦੀ ਮਦਦ ਕਰੂਗੀ ਵੀ ਇਹ ਵਾਇਰਸ ਦੀ ਅਸੀਂ ਸਪਰੈਡ ਨੂੰ ਕਮ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਤੇ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸੋਸ਼ਲ ਡਿਸਟੈਂਸਿੰਗ ਜਿਹੜਾ ਕਹਿੰਦੇ ਆਪਾਂ, ਸੋਸ਼ਲ ਆਈਸੋਲੇਸ਼ਨ ਹੈ ਜਿਹੜੀ ਆਪਣੀ ਸਮਾਜਿਕ ਇਕੱਲਤਾ, ਉਸ ਨੂੰ ਸੰਭਾਲਣ ਲਈ ਕੋਈ ਤੁਸੀਂ ਆਪਣੇ ਸੁਝਾਅ ਦੇਣਾ ਚਾਹੋਗੇ? ਹਾਂਜੀ, जैसे कि सोशल डिस्टेंसिंग इम्पोर्टेंट है। हाँ जी, है ना। जैसे हुने असी बहुत लोग 2 महीने 2.5 महीने के लिए घर बैठे हैं, कर रहे हैं रूल्स फॉलो। एंड एक तो देखो BC साढ़े नंबर भी कम हो रहे हैं, असी बाकी कंट्रीज और सिटीज़ दे नाल साडा वर्क हो रहा है, असी प्रमोट कर रहे भी कंटिन्यू करो सोशल आइसोलेशन दे नाल। एक ये भी है भी सोशल आइसोलेशन हुने बहुत लोगों का जैसे घर बैठ के एक्सरसाइज करने की लोड़ है, हेल्थी खाने की लोड़ है, मूवमेंट करो फिर भी एक्सरसाइज करो। मूड भी कि लोगों को डिप्रेशन, एंजाइटी या कुछ मेडिकल डायग्नोसिस है, उन्होंने अंदर बैठे भी कभी कभी थोड़ी और मुश्किल हो जाती है, जनरल लोगों को मुश्किल हो रही है। सो रिकमेंडेशंस भी डेफिनेटली सारे जाने सोशल आइसोलेशन प्रैक्टिस करो, पर अपनी हेल्थ की भी टेक केयर करो। ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਨਾਲ ਮੈਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਕੁਐਸਚਨ ਆਨਸਰ ਵਾਲੇ ਕਾਲਮ 'ਚ ਜਾ ਕੇ ਤੇ ਸਾਨੂੰ ਸਵਾਲ ਪੁੱਛ ਸਕਦੇ ਹੋ। ਅਤੇ ਅਗਲਾ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਜਿਵੇਂ ਹੁਣ ਆਪਣੇ ਕੋਈ ਖਾਸ ਰਿਸ਼ਤੇਦਾਰਾਂ ਨੇ ਆਪਣੇ ਘਰ ਆਉਣਾ ਹੁੰਦਾ ਹੈ, ਕੋਈ ਜ਼ਰੂਰੀ ਕੰਮ ਹੁੰਦਾ ਹੈ, ਕੋਈ ਦੁੱਖ ਸੁੱਖ ਹੁੰਦਾ ਹੈ, ਤੇ ਕਿਵੇਂ ਪਤਾ ਚੱਲ ਸਕਦਾ ਹੈ ਕਿ ਜੋ ਸਾਡੇ ਘਰ ਆ ਰਿਹਾ ਹੈ ਉਹ ਸੁਰੱਖਿਅਤ ਹੈ ਕਿ ਨਹੀਂ ਹੈ, ਉਸ ਨੂੰ ਘਰ 'ਚ ਆਉਣ ਦੇਣਾ? ਹਾਂਜੀ, सब तो पहली चीज़ है अगर कोई इमरजेंसी हैगी है या अगर कोई ज़रूरी बहुत है भी कोई किसी को मिलने की ज़रूरत है, तो अगेन सेफ प्रैक्टिसेस, हैंड वॉशिंग, मास्क पहनकर जिन्ना प्रोटेक्शन तुम कर सकते हैं। ਅਸੀਂ फिर भी इंकरेज कर रहे हैं भी ट्राई करो भी जूम यूज़ करो, फेस टाइम यूज़ करो। वर्चुअल नेटवर्क इतना बड़ा हो रहा है अभी, यूज़ करके ऐसे कोई गलबात करनी तो करो। अगर इन पर्सन हैव टू नहीं है तो इनू ज़रूरी नहीं है। बट सेफ्टी अगेन अगर कोई
ਘਰ ਵਿੱਚ ਆਇਆ ਹੈ ਕੁਛ ਆਇਆ ਤਾਂ ਸਭ ਤੋਂ ਪਹਿਲਾਂ ਅਗਰ ਤੁਸੀਂ ਆਪ ਬੁਖਾਰ ਆਇਆ ਤੁਹਾਡੇ ਕੋਈ ਸਿੰਪਟਮ ਹੈਗੇ ਤੁਸੀਂ ਆਪ ਨਾ ਜਾਓ ਆਪ ਤੁਸੀਂ ਆਪਣੀ ਓਨ ਹੈਲਥ ਦੇਖੋ ਕੋਈ ਸਿੰਪਟਮ ਆ ਤੁਸੀਂ ਵੀ ਘਰ ਬੈਠ ਕੇ ਰੈਸਟ ਕਰੋ so it just depend ਹੁੰਦਾ ਵੀ safety wise ਤੁਸੀਂ again hygienic procedures use ਕਰੋ ਹੱਥ wash ਕਰੋ surfaces clean ਕਰੋ and try ਕਰੋ ਵੀ ਜਿੰਨਾ ਘੱਟ ਹਜੇ ਅਸੀਂ ਖੁੱਲ੍ਹ ਨਹੀਂ ਦਿੱਤੀ ਕਿਸੇ ਨੂੰ ਅਸੀਂ ਟਰਾਈ ਕਰ ਰਹੇ ਸਾਰਿਆਂ ਨੇ ਆਪਣੀ ਓਨ ਸੋਸ਼ਲ ਡਿਸਟੈਂਸਿੰਗ ਰਿਮੇਨ ਕਰਕੇ ਸਮਾਲ ਗੈਦਰਿੰਗਸ ਕਰੋ ਜੋ ਡਾਕਟਰ ਬੌਨੀ ਹੈਨਰੀ ਐਡਵਾਈਸ ਦੇ ਰਹੀ ਹੈ ਜੀ ਤੇ ਇੱਕ ਜਿਹੜਾ ਹੈ ਕਿ ਜਿਹੜੇ ਆਪਾਂ ਕਹਿੰਦੇ ਹਾਂ ਕਿਹਾ ਜਾਂਦਾ ਕਿ ਡਾਕਟਰ ਵੀ ਕਹਿੰਦੇ ਹੈ ਕਿ ਜਿਹੜੇ ਬਜ਼ੁਰਗ ਹਨ ਅਤੇ ਜਿਹੜੇ ਬੱਚੇ ਹਨ ਇਹਨਾਂ ਦਾ ਇਮਿਊਨਿਟੀ ਸਿਸਟਮ ਸਭ ਤੋਂ ਜ਼ਿਆਦਾ ਵੀਕ ਹੁੰਦਾ ਹੈ ਕਮਜ਼ੋਰ ਹੁੰਦਾ ਹੈ ਸੋ ਇਹ ਸਵਾਲ ਬੜੇ ਜਿਹੜੇ ਬਜ਼ੁਰਗ ਹੈ ਉਹਨਾਂ ਦੇ ਮਨਾਂ 'ਚ ਆਉਂਦਾ ਹੈ ਕਿ ਉਹ ਆਪਣੇ ਪੋਤੇ ਪੋਤੀਆਂ ਨੂੰ ਮਿਲ ਸਕਦੇ ਹਨ ਦੇਖ ਸਕਦੇ ਹਨ ਉਹਨਾਂ ਨੂੰ ਹਾਂਜੀ ਬਾਕੀ ਸੇਮ ਥਿੰਗ ਅਗਰ ਕੋਈ ਸਾਡੇ ਬਜ਼ੁਰਗ ਜਿਹਨਾਂ ਕੋ ਹੈਗੀ ਹੈ ਕ੍ਰੋਨਿਕ ਇਲਨੈਸਿਸ ਉਹਨਾਂ ਦੀ ਰਿਸਕ ਫੈਕਟਰਸ ਜ਼ਿਆਦਾ ਹੈ ਨਾ ਵੀ ਅਗਰ ਇਹਨਾਂ ਨੂੰ ਕਰੋਨਾ ਵਾਇਰਸ ਹੋ ਗਈ ਜਾਂ ਕੁਛ ਕੰਟੈਕਟ ਹੋ ਗਿਆ ਤਾਂ ਇਹਨਾਂ ਦੀ ਹੈਲਥ ਨੂੰ ਜ਼ਿਆਦਾ ਇੰਪੈਕਟ ਹੋਗਾ ਸੋ I know grandparents ਆਪਣੇ niece nephews grandchildren ਨੂੰ ਦੇਖਣਾ ਮੰਗਦੇ ਆ so distance I mean ਕੀ ਹੈ ਨਾ ਵੀ ਅਗਰ ਹਜੇ 2-3 ਹਫ਼ਤੇ ਬੌਨੀ ਹੈਨਰੀ ਨੇ ਬੋਲਿਆ ਸੀ ਕਿ ਵੀ ਜਾ ਸਕਦੇ ਮਿਲ ਸਕਦੇ ਬਟ ਹੱਗ ਕਰਨਾ ਦੂਰੋਂ ਜਾਂ ਡਿਸਟੈਂਸ ਰੱਖ ਕੇ ਫੈਮਿਲੀ ਨੂੰ ਮਿਲ ਸਕਦੇ ਆ ਅਗਰ ਕੋਈ ਹੈਗੀ ਆ ਜ਼ਰੂਰੀ again recommendation ਮੇਰੀ ਹੋਗੀ ਵੀ ਜਿੰਨਾ ਤੁਸੀਂ ਵੀਡੀਓ ਯੂਜ਼ ਕਰੋ ਫੇਸ ਟਾਈਮ ਯੂਜ਼ ਕਰੋ ਉਹ ਇੰਤਜ਼ਾਮ ਯੂਜ਼ ਕਰੋ ਪਹਿਲਾਂ ਪਰ if have to at the social distancing ਆਪਣਾ ਇਹ 6 feet ਜਾਂ 2 meters ਦੀ distance ਰੱਖ ਕਰ ਫੈਮਿਲੀ ਨੂੰ ਮਿਲੋ ਜੀ ਤੇ ਇੱਕ ਜਿਹੜੀ ਹੈ ਮੈਨੂੰ ਇੱਕ ਦਰਸ਼ਨ ਨੇ ਸਵਾਲ ਪੁੱਛਿਆ ਹੈ ਜੋ ਮੈਨੂੰ ਬੜਾ ਦਿਲਚਸਪ ਲੱਗਿਆ ਕਿ ਹਰ ਇੱਕ ਕੋਲ ਆਪਣਾ ਵਾਹਨ ਨਹੀਂ ਹੁੰਦਾ ਹਰ ਇੱਕ ਕੋਲ ਆਪਣਾ ਕਾਰ ਨਹੀਂ ਹੈਗੀ ਤੇ ਅਗਰ ਕਿਸੇ ਨੇ ਡਾਕਟਰ ਕੋਲ ਜਾਣਾ ਹੈ ਪਰ ਉਹਨਾਂ ਨੂੰ ਫਿਰ ਬੱਸ ਵਿੱਚ ਜਾਣਾ ਪਏਗਾ ਸੋ ਬੱਸ ਵਿੱਚ ਜਾਣਾ ਸੁਰੱਖਿਅਤ ਹੈ ਹਾਂਜੀ ਪਬਲਿਕ ਆਈ ਮੀਨ ਟਰਾਂਸਪੋਰਟੇਸ਼ਨ ਸੇਫਟੀ ਆਪਣੀ ਮਾਈਂਡ ਰੱਖ ਕਰ ਸਕਦੇ ਨਾ ਵੀ ਅਗਰ ਹੁਣ ਪਹਿਲੀ ਚੀਜ਼ ਤਾਂ ਮਾਸਕ ਪਾਓ ਕਿ ਨਾਨ ਮੈਡੀਕਲ ਗ੍ਰੇਡ ਦੇ ਮਾਸਕ ਪਾ ਕੇ ਤੁਸੀਂ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਆ ਨਾਲੇ ਹੁਣ ਕਿਹੜੇ ਸਰਫੇਸਿਸ ਬੱਸ ਦੇ ਵਿੱਚ ਤੁਸੀਂ ਟੱਚ ਕਰ ਰਹੇ ਆ ਅਗਰ ਤੁਸੀਂ ਟੱਚ ਕਰ ਲਿਆ ਬਾਅਦ ਬਿਫੋਰ ਤੁਸੀਂ ਆਪਣੇ ਕੋਈ ਸਰੀਰ ਨੂੰ ਹੱਥ ਲਾਇਆ ਜਾਂ ਮੂੰਹ ਨੂੰ ਹੱਥ ਲਾਇਆ ਤੁਸੀਂ ਵਾਸ਼ ਕਰੋ ਆਪਣੇ ਹੈਂਡਸ ਨੂੰ ਇਹ ਵਾਇਰਸ ਅਗਰ ਕਿਤੋਂ ਟੱਚ ਹੋ ਗਈ ਤੇ ਤੁਹਾਡੇ ਹੱਥ ਤੇ ਲੱਗੀ ਆ ਇਹ ਤੇ ਇਦਾਂ ਨਹੀਂ ਕਰੋਨਾ ਵਾਇਰਸ ਹੋਣ ਲੱਗੀ ਤੁਹਾਨੂੰ ਤੁਸੀਂ ਜਾ ਕੇ ਆਪਣੇ ਹੱਥ ਵਾਸ਼ ਕਰ ਲਓ 20 seconds recommendation ਆ ਸਾਬਣ ਯੂਜ਼ ਕਰ ਹੈਂਡ ਵਾਸ਼ ਕਰ ਲਓ ਤਾਂ ਪ੍ਰੋਟੈਕਟ ਰਹੋਗੇ ਸੋ ਬੱਸ ਯੂਜ਼ ਕਰ ਸਕਦੇ ਆ ਆਈ ਮੀਨ ਇੰਪੋਰਟੈਂਟ ਹੈ ਡਾਕਟਰ ਨੂੰ ਦੇਖਣ ਲਈ ਸੋ ਪਬਲਿਕ ਟਰਾਂਸਪੋਰਟੇਸ਼ਨ ਅਵੇਲੇਬਲ ਆ recommendations ਹੈਂਡ ਵਾਸ਼ਿੰਗ ਮਾਸਕ ਨਾਲੇ ਟਰਾਈ ਕਰੋ ਆਪਣੇ ਫੇਸ ਨੂੰ ਟੱਚ ਕਰੋ ਜਿਹੜੇ ਵੀ ਮਿਊਕਸ ਦੀ ਲੇਅਰ ਹੁੰਦੀ ਆ ਅੱਖ ਨੋਜ਼ ਮਾਊਥ ਉਹਨੂੰ ਨਾ ਟੱਚ ਕਰੋ ਹੈਂਡ ਵਾਸ਼ ਕਰੋ ਪਹਿਲਾਂ ਜੀ ਤੇ ਇੱਕ ਮੈਂ ਹੋਰ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਕਿ ਐਸੀ ਕੋਈ ਚੀਜ਼ ਹੈ ਜੋ ਅਸੀਂ ਖਾਈਏ ਜਿਸਦੇ ਵਿੱਚ ਕੋਈ ਐਸੇ ਵਿਟਾਮਿਨ ਹੋਣ ਕੋਈ ਪ੍ਰੋਟੀਨ ਹੋਣ ਜਿਸ ਨਾਲ ਸਾਨੂੰ ਕਰੋਨਾ ਨਾ ਹੋਵੇ ਜੀ ਐਸੀ ਕੋਈ ਚੀਜ਼ ਨਹੀਂ ਹੈਗੀ ਵੈਸੇ ਅਸੀਂ ਸਾਰਿਆਂ ਨੂੰ ਕਹਿ ਰਹੇ ਆ ਵੀ ਆਪਣੀ ਇਮਿਊਨ ਸਿਸਟਮ ਨਾਲ ਆਪਣੀ ਬੋਡੀ ਨੂੰ ਹੈਲਥੀ ਰੱਖੋ ਸੋ ਜਨਰਲਾਈਜ਼ਡ ਹੈਲਥੀ ਫੂਡ ਖਾਓ ਫਰੂਟਸ ਖਾਓ ਵੈਜੀਟੇਬਲਸ ਖਾਓ ਅਗਰ ਤੁਸੀਂ ਵਿਟਾਮਿਨ ਪਹਿਲਾਂ ਖਾ ਰਹੇ ਸੀ ਵਿਟਾਮਿਨ ਕੰਟੀਨਿਊ ਕਰਕੇ ਖਾ ਸਕਦੇ ਹੋ ਓਵਰ ਦ ਕਾਊਂਟਰ ਕੇ ਵਿਟਾਮਿਨ ਮਿਲ ਰਹੇ ਆ ਇਹਨਾਂ ਤੁਹਾਡੀ ਇਮਿਊਨ ਸਿਸਟਮ ਜੋ ਬਿਲਡ ਹੋ ਰਹੀ ਹੈ ਅਗਰ ਤੁਹਾਡੇ ਕੋਲ ਕੋਈ ਵਾਇਰਸ ਕਰੋਨਾ ਵਾਇਰਸ ਛੱਡ ਕੇ ਹੋਰ ਵੀ ਕੋਈ ਬਿਮਾਰੀ ਹੈ ਵਾਇਰਸ ਫਲੂ ਹੋ ਚੁੱਕਾ ਤੁਹਾਡੀ ਬਾਡੀ ਦੀ ਸਟਰੈਂਥ ਹੈਗੀ ਹੈ ਵੀ ਅਸੀਂ ਇਹ ਫਾਈਟ ਕਰ ਸਕਦੇ ਹਾਂ ਸੋ ਕੋਈ ਐਸੀ ਸਪੈਸਿਫਿਕ ਨਹੀਂ ਹੈਗੀ ਵੈਸੇ ਜਨਰਲੀ ਹੈਲਥੀ ਆਪਣੀ ਹੈਲਥੀ ਡਾਈਟ ਰੱਖੋ ਐਕਸਰਸਾਈਜ਼ ਕਰੋ ਐਂਡ ਆਪਣੇ ਆਪ ਨੂੰ ਹੈਲਥੀ ਰੱਖੋ ਜੀ ਧੰਨਵਾਦ ਅਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ ਕਿ ਜਿਵੇਂ ਕਹਿੰਦੇ ਆ ਕਿ ਆਪਣਾ ਹੈਲਦੀ ਰਹੋ ਤੇ ਹੈਲਦੀ ਰਹਿਣ ਵਾਸਤੇ ਜੇ ਆਪਾਂ ਹੁਣ ਘਰ ਰਹਿਣਾ ਹੋਵੇ ਤੇ ਬੰਦਾ ਜਿਮ ਨਹੀਂ ਜਾ ਸਕਦਾ ਤੇ ਘਰ ਰਹਿਣਾ ਤੇ ਫਿਰ ਘਰ ਰਹਿ ਕੇ ਕਿਵੇਂ ਬੰਦਾ ਆਪਣੇ ਆਪ ਨੂੰ ਫਿਟ ਰੱਖ ਸਕਦਾ ਹੈ ਐਸੀ ਕਿਹੜੀ ਬੰਦਾ ਐਕਸਰਸਾਈਜ਼ ਕਰ ਸਕਦਾ ਹਾਂਜੀ ਸੋ ਸਭ people's ਦੀ exercise level different ਹੁੰਦੀ ਆ
मैं recommend कर रहे हैं अगर तुसी पहला जिम जा रहे सी एक्सरसाइज कर रहे सी अगर थोड़े घर दे विच इक्विपमेंट हैगा है तुसी घर च करो बहुत ही एक्सरसाइजेस आजकल यूट्यूब इंटरनेट वीडियोस मिल रहे हैं जो थोड़ी एक्सरसाइज कर सकते हैं घर सिर्फ मैट चाहिए है या ओपन जगह चाहिए है वीडियो देख के एक्सरसाइज कर सकते हैं अगर तुसी टेक्नोलॉजी या वीडियो या सेटअप नहीं कर सकते तो जनरली वॉक थोड़े नेबरहुड विच सो सेफ डिस्टेंस रख कर वॉक करो रनिंग जा सकते हैं जॉगिंग जा सकते हैं सो जिम आई नो जिम दे बाच मशीन्स हैगे वेट्स हैगे पर थोड़ी देर लिए शॉर्ट टर्म लिए सानू होर कोई चीज़ां लभनियां पैनियां एक्सरसाइज करने के लिए पर यूट्यूब गूगल बहुत इंफॉर्मेशन मिल जाएगी भी होम एक्सरसाइज प्रोग्राम्स अवेलेबल हैगे ਜੀ ਤੇ ਇਸ ਦੇ ਨਾਲ ਹੀ ਇੱਕ ਬਹੁਤ ਜਿਹੜਾ ਵੱਡਾ ਸਵਾਲ ਸਾਹਮਣੇ ਆਉਂਦਾ ਹੈ ਜੋ ਹਰ ਇੱਕ ਦੇ ਮਨ ਵਿੱਚ ਹੈ ਕਿ ਇਹ ਮਹਾਮਾਰੀ ਕਿੰਨੀ ਕੁ ਚਿਰ ਰਹੇਗੀ ਜੀ ਇਹ ਪੈਂਡੈਮਿਕ ਦੇ ਕੋਈ ਆਨਸਰ ਦੇ ਨਹੀਂ ਸਕਦਾ ਕੋਈ ਇਹਦਾ ਹੁਣ ਜਦ ਵੈਕਸੀਨ ਬਣੂਗੀ ਜਦੋਂ ਇਹ ਕਿਹੜੇ ਕੇਸਿਸ ਆ ਕਮ ਹੋ ਰਹੇ ਆ ਆਲਮੋਸਟ ਜ਼ੀਰੋ ਹੋ ਚੁੱਕੇ ਆ ਉਦੋਂ ਆਰਗੇਨਾਈਜੇਸ਼ਨਸ ਦੱਸ ਸਕਦੀ ਕਦੋਂ ਅਸੀਂ ਕਹਿ ਸਕਦੇ ਵੀ ਇਹ ਪੈਂਡੈਮਿਕ ਓਵਰ ਹੋ ਗਈ ਹੈ ਪਰ ਹਜੇ ਸਾਨੂੰ ਵੈਕਸੀਨ ਦੀ ਵੇਟ ਕਰਨੀ ਪੈਣੀ ਹੈ ਜੀ ਧੰਨਵਾਦ ਤੇ ਇੱਕ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿਹੜੇ ਕਲੀਨਿਕ ਵਿੱਚ ਕੰਮ ਕਰਦੇ ਹੋ ਕਿੱਥੇ ਤੁਸੀਂ ਆਪਣੇ ਅਭਿਆਸ ਕਰਦੇ ਹੋ ਅਤੇ ਤੁਸੀਂ ਪੇਸ਼ੈਂਟਸ ਨੂੰ ਇਸ ਟਾਈਮ ਦੇਖ ਰਹੇ ਹੋ हाँ जी मैं साडा नया क्लिनिक खोल रहा है मेडकेयर प्लस मेडिकल क्लिनिक 7618 6th स्ट्रीट बर्नी बीच ही है ये अगस्त एंड ऑफ अगस्त खुल रहा है ਅਸੀਂ ਉਦੋਂ डेफिनेटली नए पेशेंट देखूंगे हुने मैं कोविड साइड पर काम कर रहा हूँ हॉस्पिटल काम कर रहा हूँ और पेशेंट्स ਅਸੀਂ वर्चुअली भी देख रहे हैं अगर कोई पंजाबी स्पीकिंग या कोई हिंदी स्पीकिंग इंग्लिश स्पीकिंग जो भी किसी हेल्प चाहिए तो साडी medcareplus.ca वेबसाइट ਤੇ ਜਾकर ਅਸੀਂ पेशेंट्स देख सकते हैं ਜੀ ਤੇ ਇੱਕ ਸਾਡੇ ਦਰਸ਼ਕ ਨੇ ਸਵਾਲ ਬੜਾ ਦਿਲਚਸਪ ਪੁੱਛਿਆ ਹੈ ਕਿ ਉਹ ਕਹਿੰਦੇ ਕਿ ਉਹਨਾਂ ਦੇ ਬੱਚਿਆਂ ਨੂੰ ਸੌਕਰ ਖੇਡਣਾ ਤੇ ਹੋਰ ਗੇਮਾਂ ਖੇਡਣ ਦਾ ਬਹੁਤ ਸ਼ੌਂਕ ਹੈ ਤੇ ਉਹ ਜੇ ਅਗਰ ਆਪਣੇ ਦੋਸਤਾਂ ਨਾਲ ਜਾ ਕੇ ਬਾਹਰ ਖੇਡਣ ਪਾਰਕ ਵਿੱਚ ਤੇ ਉਹ ਠੀਕ ਰਹੇਗਾ ਹਾਂਜੀ ਜਿੱਦਾਂ ਅਸੀਂ ਬੱਚਿਆਂ ਨੂੰ ਕਹਿ ਰਹੇ ਵੀ ਸਕੂਲ ਜਾ ਸਕਦੇ ਆ ਇਲੈਕਟਿਵਲੀ ਪੇਰੈਂਟਸ ਭੇਜ ਸਕਦੇ ਆ ਸੇਮ ਥਿੰਗ ਇਹਦੇ ਬਾਰੇ ਅਗਰ ਕੋਈ ਬੱਚਾ ਬਿਮਾਰ ਆ ਜਾਂ ਕੋਈ ਵੀ ਇਲਨੈਸ ਹੈ ਜੈਸੇ ਕੋਰੋਨਾ ਵਾਇਰਸ ਨਹੀਂ ਜੈਸੇ ਕੋਈ ਬੁਖਾਰ ਹੈ ਟਾਇਰਡ ਹੈ ਖੰਘ ਰਿਹਾ ਹੈ तो वो साड़ी पेरेंट्स की रिस्पॉन्सिबिलिटी होगी भी उन्होंने घर रख के वॉच करो भी ठीक हो रहे हैं फिर वापस भेज सकते हैं जब बच्चे खेल रहे हैं उन्होंने प्रमोट करो भी हैंड वॉश करो बिफोर कुछ खादा या कुछ मुँह च पाया या कोई फेस ਨੂੰ टच ਕੀਤਾ एंड माइंडफुल रहो अगर कोई बीमार है तो ਸਾਡੀ ਰਿਸਪੌਂਸਿਬਿਲਿਟੀ ਵੀ ਉਹਨਾਂ ਨੂੰ ਰეკਮੈਂਡ ਕਰ ਰਹੇ ਘਰ ਬੈਠ ਕੇ ਅੰਟਲ ਠੀਕ ਨਹੀਂ ਹੋ ਰਹੇ ਜਾਂ ਡਾਕਟਰ ਨੂੰ ਦੇਖੋ ਪਹਿਲਾਂ ਜੀ ਧੰਨਵਾਦ ਜਿਵੇਂ ਹੁਣ ਅੱਜ ਕੱਲ ਮੌਸਮ ਐਵੇਂ ਦਾ ਹੋ ਰਿਹਾ ਹੈ ਕਿ ਗਰਮੀ ਆ ਰਹੀ ਹੈ ਸਭ ਬਾਹਰ ਘੁੰਮਣਾ ਚਾਹੁੰਦੇ ਹਨ ਤੇ ਉਹਦੇ ਬਾਰੇ ਮੈਂ ਪੁੱਛਣਾ ਚਾਹਾਂਗਾ ਕਿ ਕਦੋਂ ਤੋਂ ਦੁਬਾਰਾ ਤੋਂ ਬਾਹਰ ਯਾਤਰਾ ਕਰਨ ਜਾ ਸਕਦੇ ਹਨ ਲੋਕ ਹਾਂਜੀ ਕਿਦਾ ਹੁਣ ਬਾਹਰ ਅਸੀਂ ਆਲਵੇਜ਼ ਰეკਮੈਂਡ ਕਰ ਰਹੇ ਹਾਂ ਨਾ ਵੀ ਬਾਹਰ ਜਾ ਸਕਦੇ ਆ ਐਕਸਰਸਾਈਜ਼ ਕਰੋ ਫਰੈਸ਼ ਏਅਰ ਲਓ ਪਰ ਆਲਵੇਜ਼ ਇੱਕ ਹੀ ਆਨਸਰ ਬੋਲਦੇ ਹਨ ਵੀ ਸੇਫ ਡਿਸਟੈਂਸਿੰਗ ਸਾਡਾ ਹੈ 6 feet 2 meters ਦਾ ਡਿਸਟੈਂਸ ਰੱਖ ਕਰ ਤੁਸੀਂ ਆਪਣੀ ਫੈਮਿਲੀ ਨਾਲ ਜਾ ਸਕਦੇ ਹੋ ਗਰੁੱਪ ਆਫ 6 ਨਾਲ ਜਾ ਸਕਦੇ ਆ ਐਸੇ ਇੱਕਦਮ ਹੁਣ ਪਾਰਕਸ ਵੀ ਖੋਲ ਰਹੇ ਆ ਹੌਲੀ ਹੌਲੀ ਪਰ ਕੀ ਆ ਵੀ ਤੁਸੀਂ ਜਿੰਨਾ ਡਿਸਟੈਂਸ ਰੱਖੋ ਜਿੰਨਾ ਸੇਫਟੀ ਰੱਖੋ ਆਪਣੀ ਫੈਮਿਲੀ ਦੇ ਵਿੱਚ ਰਹੋ ਉਹਨਾਂ ਇੰਪੋਰਟੈਂਟ ਆ अगर कोई अपने बीच कोई साइन आ गया कोई सिम्टम आ गया या कोई बुखार हो गया तो डॉक्टर ਨੂੰ ਪੁੱਛੋ ਫੋਨ ਕਰੋ ਜਾਂ ਟੈਸਟਿੰਗ ਕਰ ਲਓ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਅਸੀਂ ਠੀਕ ਹਾਂ ਹੁਣ ਅੱਗੇ ਜਾ ਕੇ ਇਨਫਲੂਐਂਜ਼ਾ ਦਾ ਸੀਜ਼ਨ ਆਊਗਾ ਉਹਨਾਂ ਵੀ ਹੋਗਾ ਵੀ ਇਨਫਲੂਐਂਜ਼ਾ ਜਾਂ ਕੋਰੋਨਾ ਵਾਇਰਸ ਸੋ ਸਾਨੂੰ ਸਾਰਿਆਂ ਨੂੰ ਮਾਈਂਡਫੁਲ ਰਹਿਣਾ ਪੈਣਾ ਜੀ ਧੰਨਵਾਦ ਤੇ ਇੱਕ ਸਵਾਲ ਹੋਰ ਪੁੱਛਿਆ ਜਾਂਦਾ ਹੈ ਕਿ ਮਾਸਕ ਪਾ ਕੇ ਅਗਰ ਕੋਈ ਆਪਣੇ ਫਰੈਂਡਸ ਵਿੱਚ ਜਾਂ ਫੈਮਿਲੀ ਵਿੱਚ ਜਾਵੇ ਸੋ ਉਹ ਠੀਕ ਰਹੇਗਾ ਉਹਨਾਂ ਲਈ ਕਿ ਉਹਨਾਂ ਨੂੰ ਕੁਝ ਹੋਰ ਵੀ ਐਸੀਆਂ ਜਿਹੜੀਆਂ ਚੀਜ਼ਾਂ ਹਨ ਮੱਦੇ ਨਜ਼ਰ ਰੱਖਣੀਆਂ ਪੈਣਗੀਆਂ ਹਾਂਜੀ ਸੋ ਕਿਹੜਾ ਅਸੀਂ ਨਾਨ ਮੈਡੀਕਲ ਗ੍ਰੇਡ ਮਾਸਕ ਪਾ ਰਹੇ ਹਾਂ ਅਗਰ ਮੈਂ ਮਾਸਕ ਪਾਇਆ ਤਾਂ ਤੁਸੀਂ ਪ੍ਰੋਟੈਕਟ ਹੋ ਰਹੇ ਆ ਅਗਰ ਤੁਸੀਂ ਮਾਸਕ ਪਾਇਆ ਤਾਂ ਮੈਂ ਪ੍ਰੋਟੈਕਟ ਹੋ ਰਿਹਾ ਸੋ ਅਸੀਂ ਐਸੇ ਮਾਸਕ ਪਾ ਕੇ ਈਚ ਅਦਰ ਨੂੰ ਪ੍ਰੋਟੈਕਟ ਕਰ ਰਹੇ ਹਾਂ ਵੀ ਸਾਡੀ ਖੰਘ ਜਾਂ ਸਾਡੀ ਸਲਾਈਵਾ ਜਾਂ ਅਸੀਂ ਬੋਲ ਰਹੇ ਹਾਂ ਕਿਉਂਕਿ ਕੋਰੋਨਾ ਵਾਇਰਸ ਕੋਈ ਲੋਕਾਂ ਕੋ ਹੋ ਸਕਦੀ ਜਿਹਨਾਂ ਕੋ ਇੰਨੇ ਸਿੰਪਟਮਸ ਨਹੀਂ ਹੈਗੇ ਮਾਈਲਡ ਸਿੰਪਟਮਸ ਆ ਤਾਂ ਅਸੀਂ ਬਚਾਉਣ ਲਈ ਵੀ ਐਸੇ ਕਰ ਰਹੇ ਹਾਂ ਵੀ ਮਾਸਕ ਪਾ ਕੇ ਜਾਓ
तो मिल सकते हैं पर मास्क के नाल हाथ वॉशिंग की है ना भी तुसी अपना 20 सेकंड्स ले हैंड वॉश करो एंड जो कोई भी बैक्टीरिया या वायरस थोड़े हाथ ते लग चुकी है एक्सीडेंटली वो वॉश हो जूगी सो हाँ जी ਜੀ ਤੇ ਇੱਕ ਸਾਡੇ ਦਰਸ਼ਕ ਨੇ ਸਵਾਲ ਪੁੱਛਿਆ ਹੈ ਕਿ ਉਹ ਗੁਰਦੁਆਰਾ ਵਿੱਚ ਗਏ ਸਨ ਤੇ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੋਈ ਕੇਸ ਆਇਆ ਹੈ ਐਸਾ ਤੇ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਹੈ ਕੋਈ ਉਹਨਾਂ ਨੂੰ ਐਸਾ ਕੋਈ ਸਿੰਪਟਮ ਨਹੀਂ ਹੈ ਪਰ ਉਹਨਾਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਬਿਕੋਜ਼ ਉਹ ਗੁਰਦੁਆਰੇ ਗਏ ਸੀਗੇ हाँ जी अगर कोई थोड़े को सिम्पटम है नहीं इफ ਇਹ ਕਿਦਾ ਗੁਰਦੁਆਰੇ ਦੇ ਵਿੱਚ ਆਊਟਬ੍ਰੇਕ ਨਹੀਂ ਡਿਕਲੇਅਰ ਹੋਇਆ ਇੱਕ ਹੀ ਪਰਸਨ ਸੀਗਾ ਪਬਲਿਕ ਹੈਲਥ ਫੋਲੋ ਕਰ ਰਹੀ ਆ ਸਭ ਜਾਣੇ ਜਿਹੜੇ ਵੀ ਪੋਜ਼ਿਟਿਵ ਹੋ ਰਹੇ ਆ पर अगर ये पेशेंट के पास कोई सिम्टम्स नहीं है तो एट दिस पॉइंट ਤੁਸੀਂ ਘਰ बैठ के वॉच करो रेस्ट करो माइंडफुल रहो भी हाँ जी आ होया सगा भी अगर कोई सिम्टम है तो डेफिनेटली जाके टेस्ट करा लो अपने आप लो पर कोई सिम्टम नहीं हैगा तो हजे फिर वॉच करो भी कुछ नई सिम्टम तो नहीं हो रहे ਜੀ ਅਤੇ ਇੱਕ ਹੋਰ ਮੈਂ ਚੀਜ਼ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਹੁਣ ਇਸ ਟਾਈਮ ਤੇ ਕਰੋਨਾ ਵਾਇਰਸ ਦੀ ਕੋਈ ਟ੍ਰੀਟਮੈਂਟ ਜਾਂ ਕੋਈ ਇਲਾਜ ਇਸ ਟਾਈਮ ਤੇ ਮੌਜੂਦਾ ਹੈ हाँ जी इस अभी हजे तो कोई इलाज अप्रूव नहीं होया टेस्टिंग हो रही है वैक्सीन दे विच कम हो रहा है ह्यूमन ट्रायल्स हो रहे हैं तो हजे दी कोई दवाई नहीं बनी साडी अपनी ओन एफर्ट्स डिस्टेंस रखो इन्ना असी ट्राई कर रहे हैं भी स्प्रेड कम हो जाए फिर कब दवाई बनूगी उस तो बाद असी ट्राई करूँगी भी यदि वायरस नू भी असी ट्रीट कर सकते हैं ਫਿਨਿਸ਼ ਕਰ ਸਕਦੇ ਹਾਂ ਜੀ ਤੇ ਇਸ ਸਮੇਂ ਵਿੱਚ ਜਿਸ ਲਾਈਕ ਅੱਜ ਕੱਲ ਹੁਣ ਬੰਦਾ ਕੋਈ ਬਾਹਰ ਨਹੀਂ ਜਾ ਸਕਦਾ ਜ਼ਿਆਦਾ ਹੈ ਕੁਝ ਵੀ ਤੇ ਇਸ ਟਾਈਮ ਦੇ ਵਿੱਚ ਤੁਸੀਂ ਰეკਮੈਂਡ ਕਰੋਗੇ ਕਿ ਜਿਨ੍ਹਾਂ ਲੋਕਾਂ ਨੂੰ ਕਾਉਂਸਲਿੰਗ ਦੀ ਲੋੜ ਹੈ ਸਲਾਹ ਮਸ਼ਵਰਾ ਲੈਂਦੇ ਨੇ ਲੋਕ ਜਿਹੜੇ ਉਹਨਾਂ ਨੂੰ ਬਾਹਰ ਕਾਉਂਸਲਿੰਗ ਜਾਣਾ ਚਾਹੀਦਾ ਹੈ ਡੂ ਯੂ ਰეკਮੈਂਡ ਦਾ ਹਾਂਜੀ ਇੱਕ ਚੀਜ਼ ਅਸੀਂ ਦੇਖੀ ਹੈ ਡਾਕਟਰਾਂ ਨੇ ਵੀ ਪੇਸ਼ੈਂਟਸ ਬਹੁਤ ਜੋ ਅਸੀਂ ਕਿਰਨ ਸੋਸ਼ਲ ਆਈਸੋਲੇਸ਼ਨ ਹੋ ਰਿਹਾ ਹੈ ਆਪਣੀ ਫੈਮਿਲੀ ਤੋਂ ਦੂਰ ਰਹਿੰਦੇ ਆ ਇਹ ਮੈਂਟਲ ਹੈਲਥ ਡਿਕਲਾइन हो रही है तो डेफिनेटली अगर कोई भी एंजाइटी है कोई भी कंसर्न है थोड़ा मूड नहीं पहला तो कम हो रहा है इंजॉयमेंट कर रही तो काउंसलिंग इंपॉर्टेंट है काउंसलिंग साडे बर्नबी Edmonds urgent care to be counselling service available अपने तो family doctor ने पूछो counselling services हैगी available provide कर रही है हुने government भी ऐसी help कर सकते हैं कि लोगों ਨੂੰ हुने इस time ਦੇ ਵਿੱਚ help ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਵੀ ਲਾਈਕ ਹੁਣ ਇੱਕ ਤਕਰੀਬਨ ਕੋਈ ਵੀ ਨਵੇਂ ਕੇਸ ਨਹੀਂ ਹਨ ਅਤੇ ਮੈਂ ਕਿਸੇ ਨੂੰ ਨਹੀਂ ਜਾਣਦਾ ਜੋ ਬਿਮਾਰ ਹੈ ਸਾਨੂੰ ਇੰਨਾ ਧਿਆਨ ਰੱਖਣਾ ਕਿਉਂ ਚਾਹੀਦਾ ਹੈ ਇਹ ਇੱਕ ਦਰਸ਼ਕ ਨੇ ਸਵਾਲ ਪੁੱਛਿਆ ਹੈ ਹਾਂਜੀ ਅਗਰ ਅਸੀਂ ਦੇਖੀਏ ਬਾਕੀ ਸਾਰੀ ਵਰਲਡ ਦੇ ਵਿੱਚ ਕੀ ਹੋ ਰਿਹਾ ਹੈ ਕਿਤੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਲੱਕੀ ਰਹਿ ਚੁੱਕੇ ਹਾਂ ਵੀ ਅਸੀਂ ਸੋਸ਼ਲ ਡਿਸਟੈਂਸਿੰਗ ਕਰ ਰਹੇ ਹਾਂ ਤਦੇ ਸਾਡੇ ਨੰਬਰ ਘੱਟ ਹੈਗੇ ਆ अगर 10 दिनों की स्टैटिस्टिक्स आ रही हुने जो डॉक्टर हेनरी बता रही है तो नंबर्स नहीं ज़्यादा नहीं लग रहे पर ये बढ़िया न्यूज़ है क्योंकि सब लोग रूल्स फॉलो कर रहे हैं डिस्टेंस कर रहे हैं अगर न्यूज़ भी आया था भी एक इवेंट ਦੇ ਵਿੱਚ 30 ਲੋਕਾਂ ਦੇ ਵਿੱਚ 15 ਲੋਕਾਂ ਕੋ ਵਾਇਰਸ ਪੋਜ਼ਿਟਿਵ ਨਿਕਲੇ BC ਦੇ ਵਿੱਚ ਸੋ ਸਾਡਾ ਗੋਲ ਹੈ ਵੀ ਅਗਰ ਅਸੀਂ ਕੰਟੀਨਿਊ ਕਰੀ ਜਾਓ ਜੈਸੇ ਅਸੀਂ ਹੁਣੇ ਸੋਸ਼ਲ ਡਿਸਟੈਂਸਿੰਗ ਕਰ ਰਹੇ ਹਾਂ ਜੋ ਸਭ ਲੋਕ ਬਹੁਤ ਅੱਛੀ ਤਰ੍ਹਾਂ ਕਰ ਰਹੇ ਆ ਤਾਂ ਸਾਡੇ ਨੰਬਰਸ ਲੋ ਰਹੋਗੇ ਤਾਂ ਅਸੀਂ ਐਸੇ लो रखकर होपफुली वैक्सीन बन जूगी तो वायरस ਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਅਤੇ ਇੱਕ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹਾਂਗਾ ਜੋ ਸਾਡੇ ਦਰਸ਼ਕ ਨੇ ਪੁੱਛਿਆ ਹੈ ਕਿ ਕਰੋਨਾ ਵਾਇਰਸ ਅਗਰ ਕਿਸੇ ਨੂੰ ਹੋ ਜਾਂਦਾ ਹੈ ਅਗਰ ਕਿਸੇ ਪ੍ਰੈਗਨੈਂਟ ਲੇਡੀ ਨੂੰ ਹੋ ਜਾਂਦਾ ਹੈ ਗਰਭਵਤੀ ਮਹਿਲਾ ਨੂੰ ਹੋ ਜਾਂਦਾ ਹੈ ਤੇ ਉਹ ਕਿੰਨਾ ਕੁ ਖਤਰਨਾਕ ਹੈ ਉਸ ਲੇਡੀ ਵਾਸਤੇ ਅਤੇ ਉਸਦੇ ਬੱਚੇ ਵਾਸਤੇ ਜੀ ਸੋ ਇਹਦੀ ਸਟੱਡੀਜ਼ ਚੱਲ ਰਹੀ ਹੈ ਐਸੇ ਤਾਂ ਇੰਪੋਰਟੈਂਟ ਹੈ ਵੀ any pregnant woman जो 32 weeks or more ਉਹਨਾਂ ਦੀ ਟੈਸਟਿੰਗ ਕਰ ਰਹੇ ਹਾਂ ਅਸੀਂ ਬਿਕਾਜ਼ ਅਗਰ ਹਸਪੀਟਲ ਡਿਲੀਵਰੀ ਹੋ ਰਹੀ ਹੈ ਤਾਂ ਪਤਾ ਲੱਗੂਗਾ ਵੀ ਪੋਜ਼ਿਟਿਵ ਜਾਂ ਨਾਨ ਪੋਜ਼ਿਟਿਵ ਆ ਇਹਦਾ ਟੈਸਟਿੰਗ just like
non-pregnant people, अगर कोई भी symptoms हैगे या तो ਅਸੀਂ strongly recommend ਕਰਦੇ ਵੀ testing ਕਰੋ ਜਾकर। Edmonds UPCC ਜੋ ਸਾਡਾ urgent care Burnaby Kingsway Edmonds ਉਹ ਅਸੀਂ ਆਪਣੇ pregnant patients ਉਧਰ ਦੇਖ ਰਹੇ ਹਾਂ। ਸੋ ਅਗਰ ਤੁਸੀਂ pregnant ਜਾਂ ਕੋਈ concerns ਹੈਗੀ ਹੈ ਤਾਂ please Edmonds urgent care ਨੂੰ ਫੋਨ ਕਰੋ। if ਤੁਹਾਡਾ family doctor unavailable ਹੈਗਾ ਆ testing Edmonds urgent care 'ਚ ਕਰ ਸਕਦੇ ਹਾਂ ਅਸੀਂ। ਜੀ, ਤੇ ਇੱਕ ਸਵਾਲ, ਇੱਕ ਚਿੰਤਾ ਜਿਹੜੀ ਹੈ ਇਹ ਹਰ ਇੱਕ ਦੇ ਮਨ ਵਿੱਚ ਹੈ ਕਿ ਹਾਲੇ ਤੱਕ ਕੋਈ ਦਵਾਈ ਨਹੀਂ ਬਣ ਸਕੀ, ਤੇ ਅਗਰ ਕੋਈ ਦਵਾਈ ਨਾ ਬਣਾ ਸਕੇ, ਜਿਹੜੇ ਆਪਣੇ ਡਾਕਟਰਸ ਨੇ ਜਾਂ ਫਿਰ ਜਿਹੜੇ ਰਿਸਰਚਰਸ ਨੇ, ਅਗਰ ਕੋਈ ਵੈਕਸੀਨ ਨਹੀਂ ਬਣਾ ਸਕਦੇ ਤੇ ਵਿੰਟਰ ਤੱਕ ਕੀ ਫਿਰ ਤੁਹਾਡੇ ਅਕੋਰਡਿੰਗ ਕੀ ਬਣੇਗਾ, ਜਾਂ ਫਿਰ ਅਗਲੇ ਸਾਲ ਤੱਕ ਕੀ ਮਾਹੌਲ ਰਹੇਗਾ? ਹਾਂਜੀ, ਕਿਦਾ ਵੈਕਸੀਨ ਤਾਂ ਹਿਊਮਨ ਟ੍ਰਾਇਲਸ ਹੋ ਰਹੇ ਆ, ਕੋਈ ਸਕਸੈਸ ਦੇਖ ਚੁੱਕੇ ਆ, ਬਟ ਟਰਾਈ ਕਰ ਰਹੇ ਆ ਵੀ ਇਹ ਵੈਕਸੀਨ ਹੁਣ ਸੇਫ ਆ। ਸੋ ਨੋਰਮਲੀ ਤੁਸੀਂ ਦੇਖੋ ਤਾਂ ਅਰਲੀਐਸਟ ਵੈਕਸੀਨ ਮੀਜ਼ਲ ਮਮਪਸ ਦੀ 4 ਸਾਲਾਂ 'ਚ ਬਣੀ ਸੀਗੀ। ਸੋ ਹੁਣ ਇਹ ਐਕਸਪ੍ਰੈਸ ਕਰ ਰਹੇ ਆ ਵੀ ਜਿੰਨੀ ਜਲਦੀ ਹੋ ਸਕਦੀ ਤਾਂ ਬਣਾ ਸਕਦੇ ਆ। ਕਹਿ ਰਹੇ ਆ ਹੋਪਫੁਲੀ ਦੀ ਐਂਡ ਆਫ ਦ ਈਅਰ ਤੱਕ ਬਣ ਜੂਗੀ, ਪਰ ਟੈਸਟਿੰਗ ਅਸੀਂ ਸੇਫ ਵੈਕਸੀਨ ਰਿਲੀਜ਼ ਕਰੋਗੇ ਜਿਹਨੇ ਵੀ ਚਲੋ ਬਣੂਗੀ। ਸੋ ਐਟ ਦਿਸ ਟਾਈਮ hopefully by the end of the year vaccine ban jugi and ਅਸੀਂ ਸਾਰਿਆਂ ਨੂੰ help ਕਰ ਸਕਦੇ ਹਾਂ ਤਾਂ ਅਸੀਂ back to ਥੋੜੀ normal lifestyle ਜਾ ਸਕਦੇ ਹਾਂ। but for now ਅਸੀਂ continue ਕਰਾਂਗੇ social distancing, numbers ਘੱਟ ਰੱਖਣ ਲਈ and safety ਰੱਖਣ ਲਈ। ਜੀ, ਅਤੇ ਜਿਹੜੇ ਲੋਕ ਹੁਣ ਘਰੋਂ ਕੰਮ ਕਰ ਰਹੇ ਹਨ, ਘਰ ਤੋਂ ਕੰਮ ਕਰ ਰਹੇ ਹਨ, ਆਫਿਸ ਵਗੈਰਾ ਨਹੀਂ ਜਾ ਰਹੇ, ਦਫ਼ਤਰ ਨਹੀਂ ਜਾ ਰਹੇ, ਕੰਮਾਂ ਤੇ ਨਹੀਂ ਜਾ ਰਹੇ, ਉਹਨਾਂ ਲਈ ਹੁਣ ਵਾਪਸ ਕੰਮ ਤੇ ਜਾਣ ਲਈ ਦੁਬਾਰਾ ਤੋਂ ਟੈਸਟ ਕਰਾਉਣਾ ਜ਼ਰੂਰੀ ਹੈ? ਹਾਂਜੀ, ਸੋ ਜ਼ਰੂਰੀ ਨਹੀਂ ਹੈਗੀ। ਸੋ ਅਗਰ ਕੋਈ ਸਿੰਪਟਮਸ ਨਹੀਂ ਹੈਗੇ ਤਾਂ ਟੈਸਟਿੰਗ ਡਿਪੈਂਡ ਹੈ ਕਿਤੇ ਤੁਸੀਂ ਕੰਮ ਕਰ ਰਹੇ ਹੋ। walking clinics ਜਾਂ ਤੁਹਾਡੇ ਫੈਮਿਲੀ ਡਾਕਟਰਸ ਅਗਰ ਤੁਹਾਡੇ ਕੋਲ ਕੋਈ ਸਿੰਪਟਮਸ ਨਹੀਂ ਹੈਗੇ, ਤੁਹਾਨੂੰ ਅਸੈਸਮੈਂਟ ਕਰ ਸਕਦੇ ਆ, ਤੁਹਾਨੂੰ ਦੱਸ ਸਕਦੇ ਆ ਵੀ ਅੱਜ ਅਸੀਂ ਤੁਹਾਡੀ ਅਸੈਸਮੈਂਟ ਕਰਕੇ ਦੱਸ ਸਕਦੇ ਵੀ ਤੁਹਾਡੀ ਸਿੰਪਟਮਸ ਨਹੀਂ ਹੈਗੀ ਕਰੋਨਾ ਵਾਇਰਸ ਦੀ। ਪਰ ਇਹ ਜੌਬ ਟੂ ਜੌਬ ਰਿਲੇਟਡ ਆ ਵੀ ਇੰਪਲੋਇਰ if ਕਿਸੇ ਕੋ ਕੰਸਰਨ ਹੈਗੀ ਆ। ਪਰ ਅਗਰ ਤੁਸੀਂ ਏਸਿਮਪਟੋਮੈਟਿਕ ਆ ਐਂਡ ਕੋਈ ਪ੍ਰੋਬਲਮ ਨਹੀਂ ਸੀਗੀ ਤੁਹਾਡੇ ਕੋਲ, ਤੁਸੀਂ ਆਪਣੀ ਫੈਮਿਲੀ ਡਾਕਟਰ ਨੂੰ ਪੁੱਛ ਸਕਦੇ ਆ ਅਗਰ ਤੁਹਾਡਾ ਇੰਪਲੋਇਰ ਕੁਛ ਮੰਗ ਰਿਹਾ ਹੈ। ਬਟ ਸਿੰਪਟਮ ਕਰਕੇ ਅਸੀਂ ਟੈਸਟ ਕਰ ਰਹੇ ਹਾਂ। ਜੀ, ਤੇ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਗੁਰਦੁਆਰੇ ਬਾਰੇ ਸਵਾਲ ਪੁੱਛਿਆ ਸੀ, ਇੱਕ ਸਵਾਲ ਉਹਦੇ ਚ ਹੋਰ ਨਿਕਲ ਕੇ ਆਉਂਦਾ ਹੈ ਕਿ ਅੱਜ ਕੱਲ ਹਰ ਇੱਕ ਗੁਰਦੁਆਰੇ ਵਿੱਚ ਲੰਗਰ ਹਾਲ ਤਾਂ ਬੰਦ ਕਰ ਦਿੱਤੇ ਹਨ ਉਹਨਾਂ ਨੇ, ਪਰ ਕਈ ਗੁਰਦੁਆਰਿਆਂ ਵਿੱਚ ਉਹ ਬਫੇ ਸਿਸਟਮ ਜਾਂ ਲੰਗਰ ਬਾਹਰ ਵੈਨ ਚੋਂ ਅਵੇਲੇਬਲ ਕਰ ਰਹੇ ਹਨ। ਸੋ ਇਸ ਟਾਈਮ ਤੇ ਗੁਰਦੁਆਰੇ ਵਿੱਚੋਂ ਲੰਗਰ ਲੈਣਾ ਅਤੇ ਛਕਣਾ ਉਹ ਕਿੰਨਾ ਕੁ ਸੇਫ ਹੈ ਅਤੇ ਕਿਵੇਂ ਦਾ ਤੁਹਾਡਾ ਰਿਸਪੌਂਸ ਹੈ ਉਹਦੇ ਬਾਰੇ? ਹਾਂਜੀ, ਸੋ ਆਈ ਥਿੰਕ 2-3 ਦਿਨ ਪਹਿਲਾਂ ਡਾਕਟਰ ਬੋਨੀ ਹੈਨਰੀ ਨੇ ਰਿਲੀਜ਼ ਕੀਤਾ ਸੀ ਵੀ ਅਗਰ ਰੈਸਟੋਰੈਂਟਸ ਕਰੇ ਜਾਂ ਗੁਰਦੁਆਰੇ ਜਾਂ ਬਫੇ ਪਲੇਸਿਸ ਜੋ ਖੋਲ ਰਹੇ ਆ, ਬਫੇ ਸਿਸਟਮ ਖੋਲ ਸਕਦੇ ਆ, ਪਰ ਉਹਨਾਂ ਨੂੰ ਸੈਨੀਟਾਈਜ਼ਰ ਜਾਂ ਕੁਛ ਨਜ਼ਦੀਕ ਹੋਣਾ ਚਾਹੀਦਾ ਜਾਂ ਕਲੋਜ਼ ਬਾਏ ਹੋਣਾ ਚਾਹੀਦਾ ਆ। I think ਇਸ ਕਿਹੜੀ ਬਫੇ ਸਟਾਈਲ ਦੇ ਵਿੱਚ ਇੱਕ ਪਰਸਨ ਸਰਵ ਜਾਂ ਇੱਦਾਂ ਕੁਛ ਸਿਸਟਮ ਹੋਏ ਵੀ ਸੈਲਫ ਸਰਵਿੰਗ ਨਾ ਹੋਏ। ਹਜੇ ਦਾ ਕੋਈ ਪੂਰਾ ਰੈਕਮੈਂਡੇਸ਼ਨ ਪੂਰੇ ਨਿਕਲੇ ਨਹੀਂ ਹਜੇ। I think ਉਹ ਟਰਾਈ ਕਰ ਰਹੇ ਆ ਕਿਉਂਕਿ ਸਾਡੇ ਨੰਬਰਸ ਚੰਗੀ ਚੱਲ ਰਹੇ ਆ ਕਿ ਥਰਡ ਫੇਜ਼ ਕਹਿ ਰਹੇ ਆ ਜਬ ਸ਼ੁਰੂ ਕरेंगे ਤਾਂ ਮੋਰ ਇਨਫੋਰਮੇਸ਼ਨ ਇਹਦੇ ਬਾਰੇ ਦੱਸਾਂਗੇ। ਜੀ, ਇੱਕ ਸਾਡੇ ਦਰਸ਼ਕ ਨੇ ਬੜਾ ਹੀ ਆਪਣਾ ਇੰਟਰਸਟ ਸ਼ੋ ਕਰਦੇ ਹੋਏ ਕਿਹਾ ਪੁੱਛਿਆ ਹੈ ਕਿ ਉਹਨਾਂ ਨੂੰ ਇੱਕ ਸ਼ਾਦੀ ਤੇ ਇੱਕ ਵਿਆਹ ਤੇ ਦਾ ਇਨਵੀਟੇਸ਼ਨ ਆਇਆ ਹੈ ਤੇ ਉਹ ਬਹੁਤ ਹੀ ਐਕਸਾਈਟਡ ਨੇ ਉੱਥੇ ਜਾਣ ਲਈ, ਤੇ ਕਿ ਉਹ ਜਾ ਸਕਦੇ ਨੇ? ਹਾਂਜੀ, ਸੋ ਵੈਡਿੰਗ ਜਾਂ ਕੋਈ ਬਿਗ ਇਵੈਂਟਸ ਦੀ ਬਿਗੇਸਟ ਥਿੰਗ ਅਭੀ ਹਜੇ ਲਿਮਿਟ ਹੈ ਨਾ, ਹਜੇ ਵੀ ਬਿਗ ਗੈਦਰਿੰਗਸ ਦੀ 50 ਲਿਮਿਟ ਰੱਖੀ ਆ। ਡਾਕਟਰ ਬੋਨੀ ਹੈਨਰੀ ਨੇ ਹਜੇ ਪਰਸੋਂ ਹੀ ਬਤਾਇਆ ਵੀ ਹਜੇ ਇਹ ਸ਼ਾਇਦ ਹਜੇ ਚੇਂਜ ਨਹੀਂ ਹੋ ਰਹੀ ਹੈ। ਸੇਫਟੀ ਬਿਗੇਸਟ ਕੰਸਰਨ ਆ, ਰਾਈਟ? ਸੋ ਅਸੀਂ ਟਰਾਈ ਕਰ ਰਹੇ ਹਾਂ, ਇਫ ਨੈਸੇਸਰੀ ਨਹੀਂ ਹੈ बिग ग्रुप गैदरिंग्स करने जरूरी नहीं है तो ट्राई करो ना करने के लिए। अगर नेसेसरी है ना तो जा रहे हैं तो अगेन सेफ डिस्टेंसिंग, ग्रुप्स ऑफ 6 उन्होंने दसिया है, नॉन ग्रुप्स ऑफ 6 थोड़े फैमिली मेंबर्स है and frequent hand washing, and अगर कोई बीमार आ तो प्लीज ना जाओ, ਤੁਸੀਂ ਘਰ ਬੈਠੋ ਔਰ ਇਹ ਵੈਡਿੰਗ ਨਾ ਅਟੈਂਡ ਕਰੋ। ਅਗਰ ਤੁਹਾਡੇ ਕੋਲ ਕੋਈ ਸਿੰਪਟਮਸ ਹੈਗੇ ਤੁਸੀਂ ਆਪਣੇ ਆਪ ਨੂੰ ਬਚਾਓ ਔਰ ਅੱਗੇ ਲੋਕਾਂ ਦੀ ਸਪਰੈਡ ਨੂੰ ਬਚਾਓ। ਜੀ, ਤੇ ਇੱਕ ਸਾਡੇ ਦਰਸ਼ਕ ਨੇ ਸਵਾਲ ਪੁੱਛਿਆ ਹੈ ਕਿ
ਫੋਰਮੈਟ ਦਾ ਕੀ ਮਤਲਬ ਹੈ ਤੇ ਉਸਦੀ ਕੀ ਇੰਪੋਰਟੈਂਸ ਹੈ, ਉਹਦੀ ਕੀ ਮਹੱਤਤਾ ਹੈ ਕਰੋਨਾ ਦੇ ਇਸ ਪ੍ਰਭਾਵ ਤੇ? ਹਾਂਜੀ, ਸੋ ਫੋਰਮਾਈਟ ਹੁੰਦਾ ਹੈ ਜਿਹੜੇ ਮਟੀਰੀਅਲਸ ਜਿਹੜੇ ਕੈਰੀ ਕਰ ਸਕਦੇ ਇਨਫੈਕਸ਼ਨਸ, ਐਜ਼ ਇਨ ਕੱਪੜੇ, ਯੂਟੈਂਸਿਲਸ, ਫਰਨੀਚਰ, ਇਹ ਵਾਇਰਸ। ਇਹਦੀ ਸਟੱਡੀਜ਼ ਹੋ ਰਹੀ ਆ। ਅਗੇਨ ਪਹਿਲਾਂ ਇਹਨਾਂ ਨੇ ਦੱਸਿਆ ਸੀ ਸ਼ਾਇਦ 2-3 ਘੰਟੇ ਦੇ ਵਿੱਚ ਸਰਫੇਸ ਰਹਿ ਸਕਦੀ ਹੈ ਵਾਇਰਸ, ਜਾਂ longer ਵੀ ਹੋ ਸਕਦਾ ਹੈ, ਕੋਈ ਕਿਸੇ ਦੇ 2-3 days ਵੀ ਹੈ। ਸੋ ਇਹਦੀ ਬਿਗੇਸਟ ਥਿੰਗ ਆ, ਅਗਰ ਤੁਸੀਂ ਕਿਤੇ ਕੰਮ ਕਰ ਰਹੇ ਆ, ਕੋਈ ਹੈਲਥ ਕੇਅਰ 'ਚ ਕੰਮ ਕਰ ਰਹੇ ਆ ਜਾਂ ਬਾਹਰ ਕੰਮ ਕਰ ਰਹੇ, ਜਿੱਥੇ ਤੁਹਾਡੀ ਰੈਗੂਲਰਲੀ ਕਿਸੇ ਦੇ ਨਾਲ ਇੰਟਰੈਕਸ਼ਨਸ ਆ, ਈਵਨ ਤੁਸੀਂ ਡਿਸਟੈਂਸ ਰੱਖ ਰਹੇ ਆ, ਸਟਿਲ ਤੁਸੀਂ ਆਪਣੇ ਸਰਫੇਸਿਸ ਵਾਈਪ ਕਰੋ। WCB ਔਰ ਹੈਲਥ ਕੈਨੇਡਾ ਨੇ ਐਡਵਾਈਜ਼ਰੀ ਦੀ ਹੈ ਵੀ ਕਲੀਨ ਰੱਖੋ। ਸੋ ਸਰਫੇਸਿਸ ਕਲੀਨ ਕਰੋ, ਡੋਰ ਹੈਂਡਲਸ ਕਲੀਨ ਕਰੋ। ਤੁਸੀਂ ਆ ਕੇ ਆਪਣੇ ਕੱਪੜੇ, ਅਗਰ ਤੁਸੀਂ ਬਹੁਤ ਹੀ ਪਬਲਿਕ ਏਰੀਆ 'ਚ ਜਾ ਰਹੇ ਆ, ਜਾਂ ਤੁਸੀਂ ਆ ਕੇ ਵਾਸ਼ ਕਰੋ। ਹੈਂਡ ਵਾਸ਼ਿੰਗ ਕੀ ਹੈ। ਸੋ ਕਿਹੜੇ ਫੋਰਮਾਈਟ ਆ, ਇਹਦੀ ਇਹ ਹੈ ਵੀ ਕਿਹੜੀ ਚੀਜ਼ ਨਾਲ ਕੰਟੀਨਿਊ ਹੋ ਸਕਦੀ ਆ। ਸੋ ਇਹਦਾ ਗੋਲ ਹੋਗਾ ਵੀ ਵਾਸ਼ਿੰਗ, ਕਲੀਨਿੰਗ, ਹਾਈਜੀਨ, ਇਹ ਸਭ ਮਾਈਂਡ ਕਰ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਅਤੇ ਇਸ ਨਾਲ ਹੀ ਇੱਕ ਹੋਰ ਸਵਾਲ ਸਾਹਮਣੇ ਆਉਂਦਾ ਹੈ ਕਿ ਅਗਰ ਕਿਸੇ ਨੂੰ ਸ਼ੂਗਰ ਦੀ ਯਾਨੀ ਕਿ ਡਾਇਬਟੀਜ਼ ਦੀ ਬਿਮਾਰੀ ਹੁੰਦੀ ਹੈ ਤੇ ਉਹਨਾਂ ਨੂੰ ਕੁਝ ਐਕਸਟਰਾ, ਕੁਝ ਵੱਧ ਉਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? ਹਾਂਜੀ, ਸੋ ਕੀ ਪਾਰਟ ਹੋਗਾ, ਸਭ ਤੋਂ ਪਹਿਲਾਂ ਵੀ ਆਪਣੀ ਤੁਸੀਂ ਡਾਇਬੀਟੀਜ਼ ਦੀ ਦਵਾਈ ਖਾਓ, ਫੈਮਿਲੀ ਡਾਕਟਰਸ ਨੂੰ ਮੀਟ ਕਰੋ, ਟਰਾਈ ਕਰੋ ਵੀ ਤੁਹਾਡੀ ਡਾਇਬੀਟੀਜ਼ ਕੰਟਰੋਲ ਦੇ ਵਿੱਚ ਹੈਗੀ ਆ। ਸੋ ਕਿਹੜੀ ਵੀ ਐਨੀ ਕ੍ਰੋਨਿਕ ਡਿਜ਼ੀਜ਼ਸ, ਡਾਇਬੀਟੀਜ਼, ਹਾਈਪਰਟੈਂਸ਼ਨ, ਹਾਰਟ ਡਿਜ਼ੀਜ਼, ਰੂਮੇਟੋਇਡ ਆਰਥਰਾਈਟਿਸ, ਐਨੀ ਕ੍ਰੋਨਿਕ ਡਿਜ਼ੀਜ਼ ਕਿ ਤੁਸੀਂ ਕੈਰੀ ਕਰ ਰਹੇ ਆ, ਤੁਹਾਡੀ ਬਾਡੀ ਦੀ ਇਮਿਊਨ ਸਿਸਟਮ ਸਟਰੋਂਗਰ ਰੱਖਣੀ ਪੈਣੀ ਹੈ। ਸੋ ਅਗਰ ਇਹ ਸੀ ਕ੍ਰੋਨਿਕ ਡਿਜ਼ੀਜ਼ਸ ਦੀ ਮੈਨੇਜਮੈਂਟ ਪ੍ਰੋਪਰ ਕਰੇ, ਪਹਿਲੀ ਤਰ੍ਹਾਂ ਸ਼ੂਗਰ ਲੈਵਲਸ ਕੰਟਰੋਲ ਕਰੇ, ਹੈਲਥੀ ਖਾਓ, ਐਕਸਰਸਾਈਜ਼ ਕਰੋ, ਸ਼ੂਗਰ ਨੂੰ ਅਵੋਇਡ ਕਰੋ, ਤਾਂ ਤੁਹਾਡੀ ਇਮਿਊਨ ਸਿਸਟਮ ਸਟਰੋਂਗ ਰਹੂਗੀ। ਤਾਂ ਅਗਰ ਬਾਈ ਚਾਂਸ ਵਾਇਰਸ ਜਾਂ ਕੁਛ ਇਨਫਲੂਐਂਜ਼ਾ ਜਾਂ ਕੁਛ ਵੀ ਹੁਆ ਤਾਂ ਤੁਹਾਡੀ ਬਾਡੀ ਸਟਰੋਂਗ ਰਹੂਗੀ। ਠੀਕ, ਬਹੁਤ ਬਹੁਤ ਧੰਨਵਾਦ। ਤੇ ਇੱਕ ਹੋਰ ਸਵਾਲ ਸਾਡੇ ਸਾਹਮਣੇ ਆਇਆ ਹੈ ਕਿ ਵਾਇਰਸ, ਕਰੋਨਾ ਵਾਇਰਸ ਜਿਹੜਾ ਹੈ, ਇਹ ਗੱਲ ਕਰਨ ਨਾਲ, ਕਿਸੇ ਨਾਲ ਗੱਲਬਾਤ ਕਰਨ ਨਾਲ ਵੱਧ ਸਕਦਾ ਹੈ? ਹਾਂਜੀ, ਸੋ ਗੱਲਬਾਤ ਨਾ ਹੈ ਵੀ ਅਗਰ ਮੇਰੇ ਪਾਸ ਵਾਇਰਸ ਹੋਗੀ ਤਾਂ ਮੈਂ ਤੁਹਾਨੂੰ ਨਾਲ ਗੱਲਬਾਤ ਕਰ ਰਹਾ ਹੈ, 2 ਮੀਟਰਸ ਤੱਕ ਮੇਰੀ ਇਹ ਜੋ ਪਾਰਟੀਕਲਸ ਆ ਉਹ ਸਪਰੈਡ ਹੋ ਸਕਦੀ ਹੈ। ਸੋ ਕਿਉਂਕਿ ਹਜੇ ਕੈਰੀਅਰਸ ਵੀ ਹੈਗੇ ਜਿਹੜੇ ਏਸਿਮਟਮੈਟਿਕ ਹੈਗੇ, ਜਿਹਨਾਂ ਕੋ ਸਿੰਪਟਮਸ ਨਹੀਂ ਹੈਗੇ, ਉਹਨਾਂ ਕੋ ਵੀ ਸ਼ਾਇਦ ਵਾਇਰਸ ਹੋ ਸਕਦੀ ਹੈ। ਸੋ ਗੱਲਬਾਤ ਕਰਨਾ ਹੈ ਵੀ ਪ੍ਰੀਕਾਸ਼ਨਸ ਲੈ ਕੇ, ਜੈਸੇ ਡਿਸਟੈਂਸ ਰੱਖੋ, ਜੇਕਰ ਤੁਸੀਂ ਜਾ ਰਹੇ ਆ ਕੋਈ ਸਟੋਰਸ, ਫਲੋਰ ਤੇ ਮਾਰਕ ਬਣੇ ਆ ਵੀ ਇੰਨਾ ਡਿਸਟੈਂਸ ਰੱਖੋ, ਕੈਸ਼ੀਅਰ ਦੇ ਮੂਹਰੇ ਪਲੈਕਸੀ ਗਲਾਸ ਲੱਗਾ ਆ। ਤਾਂ ਇਹ ਚੀਜ਼ਾਂ ਅਸੀਂ ਯੂਜ਼ ਕਰਕੇ ਪ੍ਰੀਵੈਂਟ ਕਰ ਸਕਦੇ ਹਾਂ ਵੀ ਸਾਡਾ ਇਹ ਮਿਊਕਸ ਕਿਹੜਾ ਸਪਰੈਡ ਹੋ ਰਿਹਾ ਆ ਨਾ ਹੋਏ। ਤਦੇ ਅਸੀਂ ਬਤਾ ਰਹੇ ਵੀ ਮਾਸਕ ਤੁਸੀਂ ਵੀ ਪਹਿਨੋ, ਮੈਂ ਵੀ ਪਬਲਿਕ ਦੇ ਵਿੱਚ, ਇਸ ਕਰਕੇ ਫਿਰ ਸਪਰੈਡ ਕਮ ਹੋਗਾ। ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਅਮੁੱਲੇ ਸਮੇਂ ਸਾਨੂੰ ਦਿੱਤਾ ਅਤੇ ਹੁਣ ਸਾਡੇ ਕੋਲ ਹੋਰ ਕੋਈ ਸਵਾਲ ਨਹੀਂ ਹਨ। ਤੇ ਹੁਣ I would like to talk to Jeff to go ahead. Thanks, Jazz, and thanks, Dr. Kalia. Well, what a great talk. I couldn't hear all the answers, understand all the answers, but I could see all the questions. And I just want to thank everybody who participated for what such a great bunch of questions and a lot of information. I will remind you that after this presentation, you will get an email that sends you to a link if you'd like to see the video and also to share it. You're welcome to share it. There is more information on the www.bernabecoronavirus.com website. Some of it's medical information, but some of it's also about the things that are available in Burnaby that can help you as you go through this pandemic over the next few months. So again, thank you very much for participating, and particularly thanks to Jazz and Dr. Kalia. What a great presentation. Have a great evening. Thank you, everyone. Thank you, everyone.